यार उधर देखो जिदा घीसियां ला ला के नक किदा कोई भी हांडी असली तू खानी है ना मसालियां दा आर्डर दे यार ਇਹ ਵੀ ਸਾਜੀ ਇੱਟਾਂ ਤੇ ਪੈਂਦਾ ਹੁੰਦਾ ਸੀ ਫਿਰ ਹਟ ਗਿਆ ਇੱਕ ਵਾਰੀ ਇੱਲ ਲੈ ਕੇ ਚੁੱਕ ਕੇ ओ जा उधर चला जा चल अस्सलामुअलैकुम मेरे नोने हाल मेरे नादरीन मेरे नोने हाल ओए मेरे गुग्गेओ मुग्गेओ दादियो मादियो गुगडो गुगरो मेरे लाटे माटे नाजरीन मेरे लाटे माटे गुग्गे ओए मेरे गाड़ियां वाले नाजरीन मेरे कलींचे वाले नाजरीन मेरे उड्डे वाले नाजरीन मेरे बफा वाले नाजरीन मेरे मोटे नाजरीन मेरे पतले नाजरीन मेरे लम्बे नाजरीन मेरे गिट्ठे नाजरीन मेरे काले नाजरीन मेरे चिट्टे नाजरीन मेरे बड़े नाजरीन मेरे छोटे नाजरीन मेरे काले नाजरीन मेरे चिट्टे नाजरीन अस्सलाम वालेकुम मेरे नाज़रीन मेरे निक्के 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 नाज़रीन बड़े बड़े नाज़रीन दरम्याने दरम्याने नाज़रीन सब तो बड़े नाज़रीन बाबे बाबे नाज़रीन ओ बाबे नाज़रीन आडे नाली ने बहारा साडे शोदियां बई नाजरीन सारे निक्के नाजरीन मेरे बड़े नाजरीन तुसी ना देखो जे छोटे ये चारे कख नहीं नाजरीन तुसी आहा वाह वाह क्या बात है क्या बात है सारा ही माशाल्लाह फिल्म दी सी क्या वजन में है बहुत ज्यादा नाजरीन साजी ਤੁਹਾਡੇ ਤੇ ਮੱਖੀਆਂ ਬਹੁਤ ਆਸ਼ਕ ਨੇ ਮਿੱਠੀ ਚੀਜ਼ ਤੇ ਮੈਨੂੰ ਸਾਜੀ ਭਾਈ ਇੱਕ ਛੋਟੀ ਜੀ ਗੱਲ ਕਰਨੀ ਸੀਗੀ ਜਿੱਦਾਂ ਤੁਸੀਂ ਉਂਗਲ ਕੀਤੀ ਇਦਾਂ ਹੀ ਉਹਨਾਂ ਦੀ ਉਂਗਲ ਆਹੋ ਇਹ ਉਹਨਾਂ ਨੇ ਕਹਿਣਾ ਅੱਜ ਤੁਸੀਂ ਉਂਗਲ ਅੱਗੇ ਕਰਦੇ ਤਾਂ ਉਹਨਾਂ ਦੀ ਵੀ ਖਰਾਬ ਹੋਊ ਮੈਂ ਮੈਸੇਜ ਦੇਣਾ ਮੈਂ ਉਸ ਤੋਂ ਬਾਅਦ ਪੁੱਛਣਾ ਤੇ ਕੀ ਹੋਇਆ यार ਉਸਤਾਦ ਜੀ हाँ मैसेज मेरा भी एक दे दी मैं बोतल पिलाना ਤੁਹਾਨੂੰ ਉਸਤਾਦ ਜੀ ਤੁਸੀਂ ਇਹ ਜਿਹੜਾ ਸਟਾਰਟ ਦੇ ਗਿਆ ਨਾ ਮੇਰੇ ਨੌ ਨਿਹਾਲ ਤੁਹਾਨੂੰ ਮੈਂ ਹੁਣ ਸੱਚੀ ਗੱਲ ਦੱਸਾਂ ਇਹ ਮਸ਼ਹੂਰੀ ਮੇਰੇ ਤੇ ਬੰਨੀ ਸੀਗੀ ਬਚਪਨ 'ਚ ਮੇਰੇ ਬੱਚੇ ਮੇਰੇ ਨੌ ਨਿਹਾਲ ਉਹ ਵੇਲੇ ਨਾ ਮੇਰੇ ਦਾਦਾ ਜੀ ਨਹੀਂ ਫਿਰ ਮੈਨੂੰ ਉਹਨਾਂ ਨੇ ਕਹਿੰਦੇ ਹੋਰ ਬਲਡੋਜ਼ਰ ਤੇ ਬਣਾ ਲਈ ਪਹਿਲੇ ਇਹਨਾਂ ਤੇ ਬਣਨੀ ਨਹੀਂ ਨਹੀਂ ਉਹ ਨਾ ਉਹ ਕਹਿੰਦੇ ਨਜ਼ਰ ਲੱਗ ਜਾਂਦੀ ਸੀ ਕਿਹਨੂੰ? ਆਹੋ ਹੁਣ ਮੈਨੂੰ ਦੱਸੋ ਕਿ ਉਂਗਲ ਤੇ ਕੀ ਹੋਇਆ ਇੱਕ ਮਾਜਰਾ ਹੈ ਉਂਗਲ ਦੇ ਵਿੱਚ ਚੋਰ ਨਿਮੇਰੀ ਲੋ ਜੀ ਨਾਜ਼ਰੀਨ ਭਾਈ ਹੋਇਆ ਕੀ ਦੱਸੋ ਤੁਸੀਂ ਪਹਿਲੇ ਅੱਜ ਮੈਂ ਤੁਹਾਨੂੰ ਇੱਕ ਐਸਾ ਰਾਜ਼ ਤੋਂ ਪਰਦਾਫਾਸ਼ ਕਰਾਂਗਾ ਬੱਲਾ ਖੈਰ ਕਰੇ ਤੁਹਾਡੇ ਚੋਂ ਹੋਣਾ ਵੇ ਪੈਦਾ ਹੋਣ ਤੋਂ ਲੈ ਕੇ ਮਰਨ ਤੱਕ ਤੁਹਾਡੀ ਜ਼ਿੰਦਗੀ ਸਫਲਤਾ ਹੀ ਸਫਲਤਾ ਹੋਏਗੀ हाय 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 वाह रे वाह ਕਾਮਯਾਬੀ ਦਾ ਇੱਕ ਐਸਾ ਤੁਹਾਨੂੰ ਨੁਸਖਾ ਦਿਆਂਗਾ कामयाबी ਕਿ ਤੁਹਾਨੂੰ ਕਿਸੇ ਟੀਚਰ ਨੇ ਕਿਸੇ ਸਿਆਣੇ ਨੇ ਕਿਸੇ ਬਾਬੇ ਨੇ ਕਿਸੇ ਇੰਜੀਨੀਅਰ ਨੇ ਕਿਸੇ ਪੜ੍ਹੇ ਲਿਖੇ ਨੇ ਕਿਸੇ ਪ੍ਰੋਫੈਸਰ ਨੇ ਕਿਸੇ ਲੈਕਚਰਾਰ ਨੇ ਨਹੀਂ ਦਿੱਤਾ ਹੋਏਗਾ ਸਹੀ ਗੱਲ ਉਸਤਾਦ ਜੀ ਜ਼ਿੰਦਗੀ 'ਚ ਸਿਰਫ ਇੱਕ ਕੰਮ ਕਰਨਾ ਕਿਹੜਾ ਉਸਤਾਦ ਜੀ ਇਹਦੇ ਕੋਲ ਵੀ ਨਹੀਂ ਹੋਣਾ ਦੇ ਯਾਰ ਕੋਟੇ ਜਿਹੇ ਕਰੀਏ ਬਈ ਜਦੋਂ ਤੁਸੀਂ ਪੈਦਾ ਹੁੰਦੇ ਹੋ ਨਾ ਉਸ ਤੋਂ ਲੈ ਕੇ ਮਰਨ ਤੱਕ ਤੁਸੀਂ ਕਿਸੇ ਕੰਮ 'ਚ ਨਾਕਾਮ ਨਹੀਂ ਹੋਵੋਗੇ वाह वाह ਕਰਨਾ ਕੀ ਇਹ ਉਹਦੇ ਦੱਸਦੇ ਆ ਪਹਿਲੇ ਦੱਸਦੇ ਆ ਵੱਡਾ ਹੀ ਕੰਮ ਆ ਕੋਈ ਜ਼ਰਾ ਮਾਹੌਲ ਤੇ ਬਣਾਉਣ ਦੇ ਵੱਡਾ ਹੀ ਸਕੂਲ 'ਚ ਕਾਮਯਾਬ ਕਾਲਜ 'ਚ ਕਾਮਯਾਬ ਘਰ ਦੇ ਵਿੱਚ ਕਾਮਯਾਬ ਰਿਸ਼ਤੇਦਾਰ ਪਿਆਰ ਕਰਨਗੇ ਮਾਂ-ਬਾਪ ਦਾ ਫਰਮਾ ਬਰਦਾਰ ਪੜ੍ਹਾਈ ਦੇ ਵਿੱਚ ਲੈਕ ਬੱਚਾ जवानी कामयाब बुढ़ापा कामयाब बचपन कामयाब अल्लड़पन कामयाब कारोबार कामयाब उधेड़ उम्री कामयाब संग दिल महबूब कामयाब कदमों में बिरौने मुल्क सफ़र कामयाब। ठीक है जी। अच्छा जी,
सास को राह रास्त पे लाना। सास को नहीं, खामद को, शौहर को राह रास्त पे लाना। कामयाब शादीशुदा जिंदगी कामयाब, अजवाजी जिंदगी कामयाब, बच्चे ताबेदार, तुसी अपने माँ प्यो दे ताबेदार। सिर्फ करना की है जी? ਬੱਚੇ ਤਾਬੇਦਾਰ ਨੇ। जी ਤੇਰਾ ਨਹੀਂ ਸਬਰ ਤੇ ਕਰ ਲੈ ਸਹੀ। सिर्फ करना यह है कि सुबह निहार पानी के 2 गिलास पीने। ਸੁਬਾ ਇਹ ਨਾ ਗੱਲ ਪੂਰੀ ਕਰੋ, ਜਿਹੜੀ ਗੱਲ ਕਰਨ ਦੇ ਸੀ ਨਾ ਉਹ ਕਰੋ। ਉਹੀ ਆ ਆ ਸਾਰੇ ਜਿਹੜੇ ਲੋਕ ਇਸ ਗੱਲ ਤੇ ਬੈਠੇ ਸੀ ਵੀ ਪਾਣੀ ਦੇ ਕੋਲ 2 ਗਲਾਸ ਪੀਣੇ। ਉਹ ਯਾਰ ਹੰਬ ਗਿਆ ਬੁਝਾ ਬੁਝਾ ਕੇ ਤੁਹਾਡੀ ਭਾਈਜਾਨ, ਜਦੋਂ ਤੁਸੀਂ ਸਿਹਤਮੰਦ ਹੋਗੇ ਤੇ ਸਾਰਾ ਕੁਝ ਠੀਕ ਹੋਏਗਾ। ਯਾਰ ਇਹਦੇ ਜਾਨ ਹੈ ਤਾਂ ਚ ਜਹਾਨ ਪਾਣੀ ਦੇ ਗਲਾਸ ਕਾਰੋਬਾਰ ਦਾ ਕੀ ਤਲਕ ਤੇ ਬੁਢਾਪਾ ਕਾਮਯਾਬ, ਫਲਾਣਾ ਕਾਮਯਾਬ। ਉੱਥੇ ਇੰਜ ਪੰਚਾਂ ਦੇ ਢੇ ਜਿਵੇਂ ਅਸੀਂ ਮੋਟੀਵੇਸ਼ਨਲ ਸਪੀਕਰ। ਸੱਚੀ ਮੁੱਜੀ ਹੋਈ ਉੱਥੇ ਗੱਲ ਕੋ ਬਣਾਓ ਹੁਣ ਅੱਗੇ। ਉਤੋਂ ਕਹਿੰਦੇ ਸੁਬਾ ਪੀਣਾ, ਸੁਬਾ ਨੂੰ ਕੀ ਕੂਲਰ ਨੂੰ ਸੰਗਲ ਪਏ ਹੁੰਦੇ ਜਦੋਂ ਮਰਜ਼ੀ। ਭਾਈਜਾਨ, ਅੱਗੇ ਤੁਸੀਂ ਹਲੇ ਪੁੱਛਿਆ ਨਹੀਂ, ਉਸ ਤੋਂ ਬਾਅਦ ਮੈਂ ਤੁਹਾਨੂੰ ਦੁਪਹਿਰ ਨੂੰ ਦੱਸਣਾ, ਨਾਸ਼ਤੇ ਦਾ ਦੱਸਣਾ, ਦੁਪਹਿਰ ਦੇ ਖਾਣੇ 'ਚ ਦੱਸਣਾ, ਰਾਤ ਨੂੰ ਦੱਸਣਾ, ਸੌਣ ਲੱਗਿਆਂ ਦੱਸਣਾ। ਉਹ ਸਾਰੀਆਂ ਸੁਣੀਆਂ ਨਹੀਂ। ਇੱਕੋ ਗੱਲ ਸੁਣ ਕੇ ਤੁਹਾਡੇ ਵਰਗੇ ਜਿਹੜੇ ਹੁੰਦੇ ਨਾ ਬੇਸਬਰੇ ਬੱਚੇ, ਇਹ ਪਾਣੀ ਦਾ ਹੀ ਦੱਸਣਾ। ਨਹੀਂ ਅੱਗੇ ਵੀ ਦੱਸਣਾ ਵਾ। ਦੱਸੋ ਅੱਗੇ। ਦੁਪਹਿਰ ਨੂੰ ਟਾਈਮ ਨਾਲ ਰੋਟੀ ਖਾਣੀ ਆ, 12 ਤੋਂ 1 ਵਜੇ ਦੇ ਵਿੱਚ ਰੋਟੀ ਖਾ ਲੈਣੀ। ਤੇ ਜੇ ਗੈਸ ਨਾ ਆਉਂਦਾ ਹੋਵੇ? ਇਹ ਤੁਹਾਡੀ ਸਿਰ ਪੀੜਾ। ਲੋਡੇ ਵੇਲੇ ਚਾਹ ਦਾ ਕੱਪ ਪੀਣਾ ਵਾ 4 ਵਜੇ, ਠੀਕ ਆ ਜੀ। ਇਹ ਤੇ ਸ਼ਾਮ ਨੂੰ ਤੁਸੀਂ 8 ਵਜੇ ਰਾਤ ਦਾ ਖਾਣਾ ਖਾ ਕੇ ਤੇ 2 ਘੰਟੇ ਉਸ ਤੋਂ ਬਾਅਦ ਸੌਣਾ 2 ਘੰਟੇ। ਯਾਨੀ ਕਿ 10 ਅੱਛਾ 10 ਵਜੇ। ਨਹੀਂ ਤੇ ਇਹਦੇ ਨਾਲ ਬੱਚੇ ਕਿੱਦਾਂ ਤਾਬੇਦਾਰ? ਦੇਖ ਮੇਰੀ ਗੱਲ ਸੁਣ, ਜ਼ਾਹਰੀ ਗੱਲ ਹੈ, ਜਦੋਂ ਤੂੰ ਸਵੇਰ ਉੱਠੇਗਾ ਫਜਰ ਦੀ ਨਮਾਜ਼ ਪੜ੍ਹੇਗਾ, ਜਦੋਂ ਤੇਰੀ ਜ਼ਿੰਦਗੀ ਦੀ ਰੁਟੀਨ ਬਣੇਗੀ, ਨਾਸ਼ਤੇ 'ਚ ਤੂੰ ਦਹੀਂ ਖਾਣੀ ਆ, ਤੇਰੀ ਸੱਸ ਨਹੀਂ ਰੁੱਸੇਗੀ ਕਦੀ। ਇਹ ਦਹੀਂ ਕਿੱਦਾਂ? ਨਹੀਂ ਸੱਸ ਦਾ ਕੀ ਲੈਣਾ ਦੇਣਾ? ਲੱਗਦਾ ਸੱਸ ਦਹੀਂ ਲਾਉਂਦੀ ਹੈ। ਨਹੀਂ ਦਹੀਂ ਤੂੰ ਖਾਣੀ ਆ, ਤੇਰੀ ਸੱਸ ਨਹੀਂ ਰੁੱਸੇਗੀ। ਸਾਜੀ ਦਾ ਕੋਈ ਮੈਂ ਕਹਿੰਦਾ ਤੇਜ਼ ਪੱਤੀ ਵਾਲੀ ਚਾਹ ਪੀ, ਹਾਂਜੀ ਤੇਰੇ ਸਾਲੇ ਤੇਰੇ ਅੱਗੇ ਪਿੱਛੇ ਫਿਰਨਗੇ। ਹਾਂ ਯਾਰ ਤੇਜ਼ ਪੱਤੀ ਹੋਰ ਜੀ। ਮੈਂ ਕਹਿੰਦਾ ਵਾਂ ਕਿ ਇਸਕਬੋਲ ਦੇ ਛਿਲਕੇ ਦੇ ਵਿੱਚ ਇਸਕਬੋਲ ਦਾ ਛਿਲਕਾ ਲੈ ਕੇ ਨਾ ਦਹੀਂ 'ਚ ਇਸਕਬੋਲ ਦਾ ਛਿਲਕਾ ਪਾ ਕੇ ਪੀ, ਹਾਂਜੀ। ਬਹਿਨੋਈ ਕਦੀ ਮਾਰੇਗਾ ਨਹੀਂ। ਤੇ ਉਹ ਬਹਿਰੂਨ ਉਧਰ ਵੀ ਜਾ। ਬਹਿਰੂਨ ਨਹੀਂ, ਬਹਿਨੋਈ। ਹਾਂਜੀ ਤੂੰ ਸਵੇਰ ਪਾਣੀ ਚ ਮਲੇਠੀ ਪਾ ਕੇ ਪੀ। ਤੈਨੂੰ ਬਹੁਤਾ ਪਤਾ ਵਾ, ਤੂੰ ਡਾਕਟਰ ਆ। ਤੇ ਉਹ ਜਿਹੜਾ ਸੁਬਾ ਪਾਣੀ ਪੀਣਾ। ਦੁਪਹਿਰ ਨੂੰ ਤੂੰ ਰੋਟੀ ਟਾਈਮ ਸਿਰ ਖਾਣੀ ਆ 12-1 ਵਜੇ, ਉਸ ਤੋਂ ਬਾਅਦ ਤੂੰ ਜ਼ੋਰ ਦੀ ਨਮਾਜ਼ ਪੜ੍ਹਨੀ। ਸ਼ਾਮ ਨੂੰ ਤੂੰ ਚਾਹ ਦੀ ਜਦੋਂ ਪੀਣੀ ਉਦੋਂ ਤੂੰ ਅਸਰ ਦੀ ਨਮਾਜ਼ ਪੜ੍ਹਨੀ। 8 ਵਜੇ ਜਦੋਂ ਤੂੰ ਖਾਣਾ ਖਾਣੇ ਤੋਂ ਬਾਅਦ ਤੂੰ ਇਸ਼ਾ ਨਮਾਜ਼ ਪੜ੍ਹਨੀ ਆ। ਜਦੋਂ ਤੂੰ ਨਮਾਜ਼ ਪੜ੍ਹਨੀ ਤੇਰਾ ਖਾਣਾ ਹਜ਼ਮ ਹੋ ਜਾਣਾ। ਉਸ ਤੋਂ ਬਾਅਦ ਤੂੰ ਘੰਟਾ 2 ਘੰਟੇ ਫਿਰਨਾ ਤੁਰਨਾ ਵਾ। ਉਸ ਤੋਂ ਬਾਅਦ ਤੂੰ ਸੋਣਾ। ਤੇਰੀ ਜ਼ਿੰਦਗੀ ਰੂਟੀਨ 'ਚ ਆ ਗਈ। ਜਦੋਂ ਤੇਰੀ ਜ਼ਿੰਦਗੀ ਰੂਟੀਨ 'ਚ ਆ ਗਈ, ਤੇਰੇ ਇਰਦ ਗਿਰਦ ਵਾਲੇ ਸਾਰੇ ਠੀਕ ਹੋ ਗਏ। ਮਾਰੋ ਤਾੜੀ। ਯਾਰ ਆਹ ਡੰਗਰ ਟੈਪ ਆ, ਇਹ ਗੱਲਾਂ ਤੇ ਇਹਨੂੰ ਵੀ ਪਤਾ ਵਾ। ਤੇ ਹੈਂ, ਤੁਹਾਨੂੰ ਪਤਾ ਸੀ ਇਹ ਗੱਲਾਂ? ਸਹੀ ਦੱਸੋ ਉਸਤਾਦ ਜੀ, ਤੁਸੀਂ ਕਿਹਾ ਨਾ ਸਕੂਲੇ ਪੜ੍ਹੀਆਂ ਹੋਣੀਆਂ ਨਾ ਤੁਸੀਂ ਵੱਡਿਆਂ ਕੋ ਸਿੱਖੀਆਂ ਹੋਣੀਆਂ। ਹਾਂ, ਉਹ ਵੱਡਿਆਂ ਨੇ ਇਹੋ ਕੁਛ ਤੇ ਦੱਸਿਆ, ਸਵੇਰੇ ਉੱਠੋ ਟਾਈਮ ਸਿਰ ਪਾਣੀ ਦੇ 2 ਗਲਾਸ ਪੀਓ, ਦੁਪਹਿਰ ਨੂੰ ਰੋਟੀ ਟਾਈਮ ਨਾਲ ਦਹੀਂ ਖਾਓ। 'ਚ ਇਸਕਬੋਲ ਦਾ ਛਿਲਕਾ ਪਾ ਕੇ ਸੱਸ ਨਾ ਕਦੀ ਨਾ ਚਾਕੀ ਨਹੀਂ ਹੋਏਗੀ। ਇਹ ਕਿਹਨੇ ਦੱਸਿਆ ਤੈਨੂੰ ਅਜੇ ਤੱਕ? ਉਹ ਬਹਿਰੂਨ ਨੇ ਮੁਲਕ ਜਾਊਗਾ ਜਿਹੜਾ ਬਹਿਰੂਮ ਮੂਮ ਇਹਨੂੰ ਦੱਸੋ। ਉਹ ਕੋਈ ਸਮਝਣ ਵਾਲੀਆਂ ਗੱਲਾਂ। ਭਾਈਜਾਨ, ਔਲਾਦ ਨੂੰ ਵਸ 'ਚ ਕਰਨਾ, ਯਾਨੀ ਔਲਾਦ ਤਾਬੇਦਾਰ ਕਰਨੀ ਹੈ। ਸਵੇਰੇ ਉੱਠ ਨਹੀਂ, ਇਦਾਂ ਦੀ ਵੀ ਹੋਵੇ। ਸੌਣ ਲੱਗਿਆ ਸਿਰਫ 15 ਮਿੰਟ ਹਾਂਜੀ ਤੁਸੀਂ ਉਹ ਸ਼ਹਿਨशाह ਫਿਲਮ ਰੈਂਡ ਦੇਖਣਾ। ਉਹ ਰਿਸ਼ਤੇ ਵਿੱਚ ਹਮ ਤੁਹਾਰੇ ਬਾਪ ਲੱਗਦਾ। ਹਾਂ, ਉਹਦੇ ਨਾਲ ਕੀ ਉਹਦੇ 'ਚ ਉਹ ਕਹਿੰਦਾ ਨਹੀਂ ਰਿਸ਼ਤੇ ਮੈਂ ਤੁਹਾਰੇ ਬਾਪ ਲੱਗਤੇ, ਨਾਮ ਹੈ ਸ਼ਹਿਨशाह। ਉਹ ਜਦੋਂ ਤੁਸੀਂ ਰੋਜ਼ ਬੱਚਿਆਂ ਨੇ ਸੁਣਨਾ ਰਿਸ਼ਤੇ ਮੈਂ ਤੁਹਾਰੇ ਬਾਪ ਲੱਗਤੇ, ਉਹਨਾਂ ਨੇ ਤੁਹਾਡੇ ਤਾਬੇਦਾਰ ਹੋ ਜਾਣਾ। ਇਹ ਦੱਸਿਆ ਕਿਸੇ ਬਜ਼ੁਰਗ ਨੇ ਤੈਨੂੰ ਅਜੇ ਤੱਕ? ਕਦੇ ਨਹੀਂ ਦੱਸਿਆ। ਤੇ ਉਸਤਾਦ ਜੀ ਇੱਕ ਹੋਰ ਸਵਾਲ ਹੈ, ਉਸਤਾਦ ਕਿਵੇਂ ਤਾਬੇਦਾਰ ਕਰਨਾ? ਇਹ ਮੈਂ ਤੈਨੂੰ ਦੱਸਦਾ। ਇਹ ਦੱਸੋ। ਦੇਖੋ, 6:30 ਵਜੇ ਤੁਸੀਂ ਮੋਬਾਈਲ ਤੇ ਇੱਕ ਕਲਿੱਪ ਭਰਾ ਲੈਣਾ। ਇਨ ਕੁੱਤੋਂ ਕੇ ਆਗੇ ਮਤ ਨਾਚਣਾ ਬਸੰਤੀ। ਉਹ ਤੂੰ ਘਰ 'ਚ ਉੱਚੀ ਆਵਾਜ਼ 'ਚ 2-3 ਵਾਰੀ ਉਹ ਪਲੇ ਕਰਨਾ। ਮੈਂ ਕਹਿੰਦਾ ਤੁਹਾਡੇ ਮੀਆਂ ਬੀਵੀ 'ਚ ਇੰਨਾ ਪਿਆਰ ਹੋਏਗਾ, ਤੁਸੀਂ ਅਜ਼ਵਾਜੀ ਜ਼ਿੰਦਗੀ ਕਾਮਯਾਬ। ਅਜ਼ਵਾਜੀ ਜ਼ਿੰਦਗੀ ਤੇਰੀ ਕਾਮਯਾਬ। 2-3 ਦਫਾ ਕਹਿ ਨੇ ਨਾ ਪਲੇ ਕਰਨਾ। ਉਹਨਾਂ ਨੂੰ ਮੈਂ ਭੰਨ ਦੇਣਾ ਵਾ। ਓਏ ਫਿਰ ਸਹੀ ਤਰ੍ਹਾਂ ਦੱਸੋ ਕਿਹੜੀ ਗੱਲ ਆ, ਕੋਈ ਗੱਲ ਕਰਨ ਵਾਲੀ? ਇਹ ਫੈਸਲ ਵਾਲੀ ਸੱਟ ਨਹੀਂ ਹੈ, ਇਹ ਸੱਚੀ ਮੁੱਚੀ ਲੱਗੀ ਹੈ। ਹਾਂਜੀ ਕੁੱਤੋਂ ਕੇ ਆਗੇ ਨਾਚਣਾ ਨਾ, ਉਹਦੇ 'ਚ ਕਲਿੱਪ ਭਰਾ ਲੈਣਾ ਵਾ ਰਾਤ ਨੂੰ, ਤੇ ਇਹਦੇ 'ਚ ਇਹਦਾ ਕੀ ਲੈਣਾ ਦੇਣਾ ਤੈਨੂੰ? ਯਾਰ ਤੂੰ ਸਵੇਰੇ 12 ਵਜੇ LCD ਤੇ ਸਿਰਫ ਇਹ ਡਾਇਲੌਗ ਪਲੇ ਕਰਨਾ ਵਾ 129 ਵਾਰੀ, ਠੀਕ ਹੈ? कि तू कहता है मैं तेरे ना, तू कहे तो भौंकू, तू कहे तो नाचू, तू कहे तो गाऊं, ये तू करना वा बस। ताड़ी ज़वाजी जिंदगी एडी खूबसूरत हो जाएगी।
ਤੁਹਾਡੇ ਮੀਆਂ ਬੀਵੀ ਚ ਮੁਹੱਬਤ ਫੜੀ ਨਹੀਂ ਜਾਣੀ। ਉਸਤਾਦ ਜੀ ਉਹਦੀ ਬੁੱਢੀ ਕੋ ਕਾਠੀਆ ਵੇ, ਐਡੀ ਕਿਹੜੀ ਗੱਲ ਹੋ ਉਹ ਗਈ? ਕਾਠੀਆ ਨਹੀਂ ਕਾਤੀਆ। ਕਾਠੀਆ। ਅੱਛਾ ਤੁਸੀਂ ਇਹ ਦੱਸੋ ਕਿ ਘਰ ਜਾ ਕੇ ਬੇਗਮ ਨੂੰ ਅਸੀਂ ਕਿੱਦਾਂ ਇੰਪ੍ਰੈਸ ਕਰ ਸਕਦੇ ਹਾਂ? ਬੇਗਮ ਨੂੰ ਇੰਪ੍ਰੈਸ ਕਰਨਾ ਕਿ ਉਹ ਸਾਡੇ ਨਾਲ ਲੜੇ ਨਾ, ਬੋਲੇ ਨਾ ਕਿਸੇ ਗੱਲ ਤੋਂ। ਈਜ਼ੀ ਹੈ, ਤੁਸੀਂ ਆਪਣੇ ਮੋਬਾਈਲ ਦੀ ਸਕਰੀਨ ਸੇਵਰ ਤੇ ਮੇਰੀ ਤਸਵੀਰ ਲਾਓ। ਕਿਹਨੂੰ ਕਹਿ ਰਹੇ? ਇੰਪ੍ਰੈਸ ਹੋ ਸਕਦੀ ਜਿੰਨੇ ਇੰਪ੍ਰੈਸ ਕਰਨਾ। ਉਹ ਮੇਰੀਆਂ ਭੈਣਾਂ ਭਾਈ, ਮੈਂ ਉਹਨਾਂ ਦਾ ਭਰਾ ਵਾਂ। ਸਹੀ ਗੱਲ। ਉਹ ਮੇਰੀ ਬਾਰੇ ਚ ਗੱਲ ਨਹੀਂ ਸੁਣਦੀਆਂ। ਉਹ ਕੌਣ? ਬੰਦਿਆਂ ਨਾਲ ਲੜ ਪੈਂਦੀਆਂ ਕਿ ਅਸੀਂ ਭਾਈ ਜਾਨੀ ਆਪਣੇ ਵੀਰ ਦਾ ਪ੍ਰੋਗਰਾਮ ਵੇਖਣਾ, ਜਦੋਂ ਨਿਕਲੋ ਸ਼ਾਬਾਸ਼। ਮੈਨੂੰ ਬੜੇ ਲੋਕੀ ਕਹਿੰਦੇ ਨੇ ਕਿ ਭਾਈ ਉਹ ਕਹਿੰਦੇ ਰੋਟੀ ਵੀ ਨਹੀਂ ਹੈਗੀ, ਚਲੋ ਅਸੀਂ ਪ੍ਰੋਗਰਾਮ ਵੇਖਣਾ ਵਾ। ਨਹੀਂ ਸਾਜੀ, ਇਹ ਸਹੀ ਗੱਲ। ਅੱਛਾ ਤੁਸੀਂ ਸਕਰੀਨ ਸੇਵਰ ਲਾ ਕੇ ਤੁਸੀਂ ਕਹਿਣਾ ਤੈਨੂੰ ਇਹ ਤੇਰੇ ਵੀਰ ਦੀ ਕਸਮ ਹੀ ਹਾਏ ਹਾਏ। ਵੇਖੀਆਂ ਤੇਰੀ ਜੇ ਕੁਸਕ ਜੇ ਕੀ ਗੱਲ ਕਰੀ। ਅੱਛਾ ਜੇ ਫਰਜ਼ ਕਰੋ ਜੇ ਕਿਤੇ ਲੜਾਈ ਹੋ ਪਈ ਆ ਤੇ ਉਹਨੇ ਕਿਹਾ ਵੀ ਮੈਂ ਕੱਪੜੇ ਬੰਨ ਕੇ ਚੱਲੀ ਆ ਘਰ ਨੂੰ, ਉੱਥੇ ਕੀ ਲਾਇਆ ਮਨਾਉਣਾ ਚਾਹੀਦਾ? ਉੱਥੇ ਤੁਸੀਂ ਇੱਕ ਗਾਣਾ ਭਰਾ ਲੈਣਾ ਵਾ ਉਹਦੇ ਵਾਸਤੇ। ਹਾਂ। ਬਾਬਲ ਕੀ ਦੁਆएं लेती जा जा तुझको सुखी संसार। ਉਹ ਯਾਰ ਮੈਂ ਉਸਤਾਦ ਜੀ ਬਾਬਲ ਕਿੱਦਾਂ ਵਾਂ? ਬਾਬਲ ਕੀ ਦੁਆਵੇਂ ਤੇ ਉਹ ਕਵੇ ਜਿਹੜਾ ਪਿਓ ਵਾ। ਉਹਨੇ ਆਪਣਾ ਗਾਣਾ ਤੂੰ ਪਿਓ ਬਣਦਾ ਹੀ ਆ, ਹਰ ਕੰਮ 'ਚ ਪਿਓ ਬਣਿਆ ਹੁੰਦਾ। ਉਹਨੇ ਆਪਣਾ ਗਾਣਾ ਘਰ ਦੇ ਹਰ ਕੰਮ 'ਚ ਮੇਨ ਕੌਣ ਆ? ਤੂੰ ਨਹੀਂ ਹਾਂਜੀ। ਤੇ ਤੂੰ ਫਿਰ ਪਿਓ ਹੀ ਬਣਿਆ ਹਰ ਕੰਮ ਦਾ। ਤੂੰ ਗਾਣਾ ਭਰਾ ਲਈ ਨਾ, ਉਹ ਜਿਹੜਾ ਭਾਈਨ ਕਹਿ ਰਹੇ ਉਹਨੇ ਤੇ ਆਪਣਾ ਭਰਾਇਆ ਹੋਣਾ ਵਾ ਕਿ ਛੋੜਾ ਏ ਹਮ। ਉਹ ਭਲਾ ਉਹ ਯਾਰ ਮੇਰੀ ਗੱਲ ਸੁਣ, ਜਦੋਂ ਤੇਰੀ ਬੇਗਮ ਨਾਲ ਲੜਾਈ ਹੋਵੇ ਆਪਣੇ ਸਹੁਰੇ ਨੂੰ ਫੌਰਨ ਬੁਲਾ ਤੇ ਉਹਦੇ ਸਾਹਮਣੇ ਗਾਣਾ ਗਾ, ਇਕੱਠੇ ਤੇ ਨਾ ਚੜਦੀ ਘਟੀਰੇ ਤੇ ਨਾ ਚੜਦੀ। ਇਹਦੇ ਨਾਲ ਕਦੇ ਨਹੀਂ ਲੜਾਈ, ਉਹ ਤੇਰਾ ਅੱਬੂ ਸਮਝਾਏ। ਬਾਬੂਲ ਦਾ ਕਹਿੰਦੇ ਆ। ਕਿਹੜਾ ਬਾਬੂ? ਜੇ ਮੇਰਾ ਦਿਲ ਕਰਦਾ ਮੈਂ ਦੂਸਰੀ ਸ਼ਾਦੀ ਕਰਾਂ, ਹਾਂ। ਮੇਰਾ ਪਿਓ ਨਹੀਂ ਮੰਨਦਾ, ਮੇਰਾ ਉਸਤਾਦ ਨਹੀਂ ਮੰਨਦਾ, ਤੇ ਕੀ ਮੈਂ ਗੇਮ ਸੁਣਾਵਾਂ? ਕੀ ਕਮਾਉਂ? ਕਿਹਨੂੰ? ਉਸਤਾਦ ਨੂੰ ਜਾਂ ਪਿਓ ਨੂੰ ਜਾਂ ਮਾਂ ਨੂੰ ਕੀ ਕਮਾਂ? ਕਿੱਦਾਂ ਮੰਨੇਗਾ? ਪਾਗਲਾ। ਜਿਹਦੇ ਨਾਲ ਤੂੰ ਕਰਨੀ ਆ ਉਹ ਮੰਨੀ ਆ। ਡੈਫੀਨੇਟਲੀ ਉਹ ਮੰਨੀ ਹੈ ਤੇ ਉਹ ਤਾਂ ਸਵੇਰ ਸ਼ਾਮ ਕਹਿੰਦੇ ਹੀ ਆ। ਉਸਤਾਦ ਜੀ ਬੇਸਿਕ ਪਤਾ ਕੀ, ਤੈਨੂੰ ਮਨਾ ਕੋਈ ਨਹੀਂ ਕਰਦੇ। ਉਹ ਯਾਰ ਮੈਂ ਮਿਸਾਲ ਫੈਸਲ ਸਾਹਿਬ ਦੇਣ ਡਿਆ ਵਾ। ਉਹ ਮਨਾ ਕਰਦੇ ਹੀ ਕਰ ਹੀ ਨਹੀਂ ਸਕਦੇ। ਉਹਨਾਂ ਨੂੰ ਪਤਾ ਵਾ ਕਿ ਇਹਦੇ ਹਾਲਾਤ ਨਹੀਂ ਸਹੀ, ਇਹ ਨਹੀਂ ਅਫੋਰਡ ਕਰ ਸਕਦਾ। ਉਹ ਤੈਨੂੰ ਬਾਤ ਕਰਾਣ ਦੇ ਯਾਰ, ਉਹ ਭਲਾ ਕਰਨ ਦੇ ਤੇਰਾ। ਤੇ ਇਹਨੇ ਉੱਥੇ ਨਹੀਂ ਕਰਨਾ ਜਿੱਥੇ ਇਹਨੇ ਉਹਨੂੰ ਖਵਾਉਣਾ ਵਾ। ਇਹਨੇ ਉੱਥੇ ਕਰਨਾ ਜਿੱਥੇ ਇਹਨੂੰ ਕੰਮ ਕਰਨਾ ਪੈਣਾ ਵਾ। ਵੇਖਿਆ। ਅੱਛਾ ਜੀ, ਜੇ ਫਰਜ਼ ਕਰੋ ਇੱਥੋਂ ਤੱਕ ਗੱਲ ਆ ਗਈ ਕਿ ਤਲਾਕ ਤੱਕ ਦੀ ਨੌਬਤ ਆ ਗਈ, ਕਿਹਦੇ ਨਾਲ? ਬੁੱਢੀ ਨਾਲ ਹੀ ਹੁੰਦੀ ਹੁਰਮਤ, ਚਾਚੇ ਕੋਲ ਤਲਾਕ ਲੈਣੀ। ਇਹੀ ਤੇ ਮੈਂ ਕਹਿੰਦੇ ਆ, ਬੱਚੇ ਰੁੱਲ ਜਾਣੇ ਫਰੀਦ। ਤੈਨੂੰ ਵੀ ਕੋਈ ਲੱਭ ਜਾਣੀ, ਉਹਨੂੰ ਵੀ ਕੋਈ ਲੱਭ ਜਾਣਾ, ਬੱਚੇ ਰੁੱਲ ਜਾਣੇ ਆ। ਓਏ ਗੈਂਡਾ ਨੁਮਾ ਇਨਸਾਨ, ਉਹ ਸਿਰਫ ਬੱਚੇ ਜਦੋਂ ਤੇ ਪੈਦਾ ਉਹਨਾਂ ਦੇ ਦੋਵਾਂ ਦੇ ਹੁੰਦੇ ਆ ਵੀ ਤੇ ਰੋਲਣ ਨਹੀਂ ਦੇ। ਹੋ ਸਕਦਾ ਅੱਗੋਂ ਕੋਈ ਨਵਾਂ ਬਾਪ ਐਸਾ ਮਿਲੇ ਜਿਹੜਾ ਉਹਨਾਂ ਨੂੰ ਕੋਈ ਤਰਬੀਅਤ ਅੱਛੀ ਕਰ ਲਵੇ। ਸੁਤੇਲਾ ਹੀ ਕੀ ਪਤਾ, ਸੁਤੇਲੀ ਮਾਂ ਐਸੀ ਮਿਲ ਜਿਹੜੀ ਤਰਬੀਅਤ ਅੱਛੀ ਕਰ ਦੇਵੇ। ਚਲੋ ਜੀ ਇੱਥੇ ਆ ਜਾਵੇ ਕਿ ਇਹ ਤੇ ਇਹਨਾਂ ਦੇ ਬੱਚੇ ਤੇ ਇਹ ਤੇ ਆਪਸ ਵਿੱਚ ਲੜ ਪੈਂਦਾ ਤੇ ਇਹਦਾ ਮੁੰਡਾ ਇਹਦੇ ਕੋਲ ਕਰਾ, ਪਾਪਾ ਉਹ ਭੈਣ ਵਾਲੀ ਗਾਲ ਕੱਢ ਮਾਮਾ। ਉਹਦੇ ਇਦਾਂ ਦੇ ਆ। ਉਹ ਦੂਸਰਾ ਵੀ ਕਹਿੰਦਾ ਮੰਮੀ ਅੱਬੂ ਨੂੰ ਕਹ ਆਪ ਹੋਏਗਾ। ਅੱਛਾ ਜੀ, ਉੱਥੇ ਕੀ ਕਿਹੜੀ ਅਸੀਂ ਸਿਚੁਏਸ਼ਨ 'ਚ ਉੱਥੇ ਕੀ ਕਰਨਾ ਚਾਹੀਦਾ ਸੀ? ਕਿੱਥੇ ਜਦੋਂ ਜਾਣ ਲੱਗੇ? ਉਹ ਯਾਰ ਜਦੋਂ ਡਿਵੋਰਸ ਤੱਕ ਦਾ ਮਾਮਲਾ, ਇਹ ਸਾਰਿਆਂ ਲਈ ਗੱਲ ਆ ਭਾਈਜਾਨ। ਜਦੋਂ ਤੁਹਾਨੂੰ ਆਪਣੀ ਵਾਈਫ ਤੇ ਪਿਆਰ ਆਵੇ ਨਾ, ਇੱਕ ਮਿਸਾਲ ਆ, ਤੁਸੀਂ ਉਹਨੂੰ ਸਾਹਮਣੇ ਬਿਠਾ ਲੈਣਾ ਤੇ ਤੁਸੀਂ ਹਲਕੀ ਜਿਹੀ ਆਵਾਜ਼ ਦੇ ਵਿੱਚ ਗਾਣਾ ਲਾ ਦੇਣਾ ਕਿਹੜਾ ਕਿ ਨਹੀਂ ਕਿਹੜਾ? ਧੀਆਂ ਦਾ ਧਨ ਪਰਾਇਆ ਵੇ ਬਾਬਲਾ। ਫੇਰ ਉਹੀ ਗੱਲ, ਇਹ ਭਲਾ ਕਿਹੜਾ ਚੀਜ਼ਾਂ ਕਰਨ ਦੇ? ਬੁੱਢੀ ਮੇਰੀ ਆ, ਮੈਂ ਉੱਥੇ ਕਿਉਂ ਧੀਆਂ ਦਾ ਧਨ ਲਾਉਣਾ ਜੀ? ਨਹੀਂ ਉਹ ਗਲਤ ਨਾਲ ਉਹਨਾਂ ਨੇ ਕਹਿਤਾ, ਉੱਥੇ ਉਹ ਲੈਣਾ ਕਿ ਚੰਦਾ ਮਾਮਾ ਸੇ ਪਿਆਰਾ ਮੇਰਾ ਮਾਮਾ। ਆ ਲਾ ਚੱਲ, ਆ ਕਰ ਲਾ, ਚੇਂਜ ਕਰ ਲਾ, ਕੋਈ ਗੱਲ ਠੀਕ ਹੈ, ਇਹ ਲਾਓ ਯਾਰ ਜਾਂ ਪੰਜਾਬੀ ਗਾਣਾ ਲਾ ਲੈ, ਗੁਜਰਾ ਵੇ ਗੁਜਰਾ ਵੇ, ਹੋ ਸਕਦਾ ਨਾ ਆ ਜਾਵੇ। ਠੀਕ ਹੈ, ਲੜਾਈ ਨਹੀਂ ਹੋ ਸਕਦੀ। ਕਿਸੇ ਟਾਈਮ ਖਰਚਾ ਨਹੀਂ ਜੇਬ 'ਚ ਹੁੰਦਾ, ਬੁੱਢੀ ਪੈਸੇ ਮੰਗਦੀ। ਹਾਂ ਠੀਕ ਆ। ਬੁੱਢੀ ਕਹਿੰਦੀ ਕਿ ਮੈਨੂੰ ਅੱਜ ਖਰਚਾ ਨਾ ਦਿੱਤਾ ਤੇ ਘਰ ਨਾ ਵੜੀ। ਉਹ ਤੇਰੀ ਸਕੀ ਬੁੱਢੀ ਨਹੀਂ ਗਈ, ਮੈਂ ਮੈਨੂੰ ਕਹਿਣ ਡਿਆ ਉਹ ਤੇਰੀ ਫਸਟ ਬੇਗਮ ਨਹੀਂ ਆ ਉਸਤਾਦ ਜੀ। ਲੇਕਿਨ ਇੱਕ ਗੱਲ ਹੈ, ਆਪਸ ਦੀ ਗੱਲ ਹੈ, ਲੌਜੀਕ ਦੀ ਗੱਲ ਹੈ। ਫਰੀਦ ਸਾਹਿਬ ਨੇ ਦੂਸਰੀ ਸ਼ਾਦੀ ਦਾ ਕਿਹਾ। ਅੱਲਾਹ ਉਹ ਯਾਰ ਅੱਲਾਹ ਮਾਫੀ ਦੇ ਯਾਰ, ਤੁਸੀਂ ਫੈਸਲ ਸਾਹਿਬ ਨਜਾਇਜ਼ ਦੀਆਂ ਹਰਕਤਾਂ ਨਾ ਕਰਿਆ ਕਰੋ। ਨਜਾਇਜ਼ ਨਹੀਂ ਕਰ ਰਹੇ ਯਾਰ, ਸ਼ੋਅ ਦੇ ਦੌਰਾਨ ਕਰ ਰਹੇ, ਡਿਊਰਿੰਗ ਸ਼ੋਅ। ਮੈਂ ਤੈਨੂੰ ਪਹਿਲੇ ਕਹਿੰਦੇ ਡਿਊਰਿੰਗ ਸ਼ੋਅ ਮੈਂ ਜੋ ਕਰਨਾ ਵਾ ਨਾ, ਮੈਨੂੰ ਅੱਲਾਹ ਜਾਣਦਾ ਵਾ ਯਾਰ, ਮੈਂ ਕੋਈ ਗਲਤ ਨਹੀਂ ਗੱਲ ਕਰਨਾ ਨਾ ਮੈਂ ਕਰਨੀ। ਅੱਛਾ ਦੂਜੀ ਸ਼ਾਦੀ ਦੀ ਕੀ ਗੱਲ? ਤੁਸੀਂ ਉਸਤਾਦ ਹੁਣ ਦੂਸਰੀ ਸ਼ਾਦੀ ਦਾ ਕਹਿਣ ਡਿਆ। ਕਿੱਡਾ ਮੁਨਾਫਿਕ ਇਨਸਾਨ। ਓਏ ਅੱਛਾ ਯਾਰ ਫਿਰ, ਅੱਛਾ ਫਿਰ ਕਿਹੜੀ ਮੁਨਾਫਕਤ? ਹੁਣ ਤੇਰੇ ਵੱਲ ਦੀ ਗੱਲ ਨਾ ਕਰਾਂ। ਅੱਛਾ ਯਾਰ ਫਿਰ ਉਸਤਾਦ ਜੀ ਦੇਖੋ, ਸਭ ਤੋਂ ਪਹਿਲੇ ਨੰਬਰ ਤੇ ਸਾਡੀ ਭੈਣ ਭਰਜਾਈ ਜਿਹੜੀ ਇਹਦੀ ਵਾਈਫ ਹੈ, ਮੇਰੀਆਂ ਧੀਆਂ ਤਰ੍ਹਾਂ ਭੈਣਾਂ ਤਰ੍ਹਾਂ, ਉਹਨੂੰ ਮੰਨਣਾ ਚਾਹੀਦਾ ਉਸਤਾਦ ਜੀ। ਠੀਕ ਹੈ, ਤੁਹਾਡਾ ਵੀ ਨਹੀਂ ਬਣਦਾ ਉਸਤਾਦ ਜੀ, ਰਾਈਟ। ਬਕਾਇਦਾ ਮੈਂ ਤਾਂ ਫਰੀਦ ਦੇ ਨਾਲ ਆ, ਮੈਨੂੰ ਕਹਿੰਦਾ ਫੈਸਲ ਭਾਈ ਤੁਸੀਂ ਗਵਾਹ ਦੇ ਵਿੱਚ ਯਾਨੀ ਕਿ ਬਹਿਣਾ। ਮੈਂ ਕਿਹਾ ਯਾਰ ਮੈਂ ਠੀਕ ਹੈ, ਇਹ ਕਰਨ ਦਾ ਚੇਜ਼ਾ ਨਹੀਂ ਚੇਜ਼ਾ ਨਹੀਂ ਕਰਨਾ ਕੋਈ। ਤੇ ਅੱਡੇ ਬੈਠਾ ਮੈਂ ਉਸਤਾਦ ਜੀ ਨੂੰ ਮੈਸੇਜ ਵਿਖਾ ਦੇਣੇ ਆ, ਦੂਸਰੇ ਵਿਆਹ ਦੇ ਫੈਸਲ ਬਹੁਤ ਵੱਡਾ
ਉਹ ਜਿਹੜਾ ਝੂਠ ਬੋਲੇ ਮੈਂ ਨਾ ਵਗਾਵਾਂ ਤੇ ਫਿਰ ਕੀ ਅੱਗੇ ਚੱਲ ਕਿਆ ਗੱਲ ਕਰ ਚੱਲ। ਗੱਲ ਕਰ ਤੂੰ ਗਾਲਾਂ ਗਾਲਾਂ ਵਾ ਮੈਂ ਕਸਮ ਖਾ ਲਈ ਹੁਣ ਵੈਰੀਆ ਵੇ ਕੀ ਆ ਗਿਆ ਕਸੂਰ ਮੈਨੂੰ ਤੇਰਾ ਭਰਜਾਈ ਦੀ ਕਿਤੇ ਲੜੂਗੀ। ਅੱਛਾ ਪਤਾ ਕੀ ਉਸਤਾਦ ਜੀ ਹੁਣ ਸ਼ਾਦੀ ਜਿਹੜੀ ਹੈ ਨਾ ਓਏ ਚਪਲਾਂ ਨਾ ਮਾਰ ਉਸਤਾਦ ਜੀ ਖੁਦਾ ਦੀ ਕਿਤੇ ਮੈਂ ਹੁੰਦਾ ਉਸਤਾਦ ਜੀ ਦੇਖੋ ਦੂਸਰੀ ਸ਼ਾਦੀ ਹਰ ਬੰਦੇ ਦਾ ਰਾਈਟ ਬਣਦਾ ਹੈ, ਤੀਸਰੀ ਸ਼ਾਦੀ ਰਾਈਟ ਬਣਦਾ ਹੈ, 4 ਸ਼ਾਦੀਆਂ ਤੱਕ ਅਸੀਂ ਕਰ ਸਕਦੇ ਹਾਂ। ਉਸਤਾਦ ਜੀ ਤੁਸੀਂ ਕੋਈ ਇਸ ਤਰ੍ਹਾਂ ਦਾ ਇਹਨਾਂ ਨੂੰ ਮੈਸੇਜ ਦੇਵੋ ਧੀਆਂ ਭੈਣਾਂ ਨੂੰ, ਤੁਹਾਡੀ ਗੱਲ ਬਹੁਤ ਮੰਨਦੀਆਂ ਨੇ ਕਿ ਖਾਮਦ ਨੂੰ ਬਕਾਇਦਾ ਤੌਰ ਤੇ ਪ੍ਰੈਫਰ ਕਰਨਗੇ ਵੀ ਵਿਆਹ ਸ਼ਾਦੀਆਂ ਕਰ। ਮੈਂ ਯਾਨੀ ਕਿ ਨਾ ਹਾਂਜੀ ਜੀਨ ਮਰੇ ਨਹੀਂ ਖਤਮ ਕਰਾ ਲਾ ਉਹਨਾਂ ਨਾਲ। ਨਹੀਂ ਉਸਤਾਦ ਜੀ ਉਹ ਬਸ ਉਹ ਮੈਂ ਨਹੀਂ ਬੰਦਾ ਅਗਰ ਫੋਨ ਉਹ ਕਰਦਾ ਭਾਈ ਨਾ- ਮੈਂ ਨਹੀਂ ਕਹਿੰਦਾ, ਉਹ ਮੈਂ ਨਹੀਂ ਕਹਿੰਦਾ ਭਾਈ। ਕੱਲ ਜਿਹੜਾ ਨਿਕਾਹ ਕਰਾਇਆ ਕੱਲ ਉਹ 2 ਜਿਹੜੇ ਮੀਆਂ ਬੀਵੀ ਨਾ ਬੈਠੇ ਯਾਰ ਨਹੀਂ ਰਿਕਾਰਡਿੰਗ ਦੀਆਂ ਗੱਲਾਂ ਨਾ ਕਰਾਂਗੇ ਯਾਰ ਯਾਰ ਉਹਨੂੰ। ਉਸਤਾਦ ਜੀ ਪੁੱਛ ਕੇ ਹੋਣੀ ਬੰਦੇ ਕੋਲੋਂ, ਬੰਦੇ ਕੋਲ ਪੁੱਛ ਹੋਣੀ ਕਿ ਯਾਰ ਤੂੰ ਅਫੋਰਡ ਕਰਦਾ ਸੀ, ਤੂੰ ਦੂਸਰੀ ਸ਼ਾਦੀ ਕਿਉਂ ਨਹੀਂ ਕਰਾਈ? ਮੈਂ ਪੜਿਆ ਤੀਸਰੀ ਸ਼ਾਦੀ ਕਿਉਂ ਨਹੀਂ ਕਰਾਈ? ਅਗਰ ਤੂੰ ਅਫੋਰਡ ਕਰ ਸਕਦਾ ਹੈ ਤੂੰ ਕਿਉਂ ਨਹੀਂ ਕਰਾਈ ਦੂਸਰੀ ਸ਼ਾਦੀ? ਐ ਜੀ ਤੁਹਾਡਾ ਇਹਨਾਂ ਦਾ ਮਾਮਲਾ ਤੁਹਾਡਾ ਨਾਲ ਉਸਤਾਦ ਜੀ ਨਹੀਂ, ਮੈਂ ਨਹੀਂ ਕਹਿੰਦਾ ਤੁਸੀਂ ਕਿਸੇ ਮੈਨੂੰ ਕਿਹਾ ਟੀ ਟਾਈਮ ਜੀ ਯਾਦ ਕਰਾਈ, ਤੁਸੀਂ ਮੈਨੂੰ ਕਿਹਾ ਨਹੀਂ ਕਿ ਮੈਂ ਤੁਸੀਂ ਮੈਨੂੰ ਕਿਹਾ ਅੰਦਰ ਬੈ ਕੇ ਟੀ ਟਾਈਮ ਜੀ ਯਾਦ ਕਰਾਈ। ਹਾਂ ਮੈਂ ਕਿਹਾ ਸੀ ਨਾ ਪਰ ਮੈਂ ਇੱਥੇ ਮੁੱਕਰ ਗਿਆ। ਤਾਂ ਜੀ ਮੈਂ ਇੱਕ ਬਜ਼ੁਰਗਾਂ ਦਾ ਕਾਲ ਪੜਿਆ, ਉਹਨਾਂ ਕਿਹਾ ਬੇਗਮ ਨੂੰ ਤੁਸੀਂ ਘਰ ਜਾ ਕੇ ਇੰਪ੍ਰੈਸ ਕਰਨ ਦਾ ਇੱਕ ਬੜਾ ਅੱਛਾ ਤਰੀਕਾ ਕਿ ਤੁਸੀਂ ਅਨਾਰ ਲੈ ਜਾਓ। ਠੀਕ ਆ, ਅਨਾਰ ਜਾ ਕੇ ਨਾ ਜੇ ਵੇਖਣਾ ਕਿ ਮੂਡ ਕਿਦਾਂ ਦਾ ਵਾ ਉਹਨਾਂ ਦਾ, ਤੁਸੀਂ ਅਨਾਰ ਰੱਖ ਦਿਓ ਇੱਕ ਪਲੇਟ ਦੇ ਵਿੱਚ, ਆਪਣਾ ਛਾਪਰ ਰੱਖ ਦਿਓ ਤੇ ਬਾਹਰ ਚਲ ਜਾਓ। ਵਾਪਸ ਆ ਕੇ ਤੁਸੀਂ ਵੇਖੋ ਕਿ ਜੇ ਅਨਾਰ ਖੁੱਲਿਆ ਹੋਇਆ ਦਾਣੇ ਦੇ ਇੰਜ ਕਰਕੇ ਸਾਫ਼ ਸੁਥਰੇ ਧੁੱਪੇ ਹੋਏ ਤੁਹਾਡੇ ਸਾਹਮਣੇ ਆ, ਫਿਰ ਮਤਲਬ ਉਹਦਾ ਮੂਡ ਅੱਛਾ ਵਾ, ਉਹਦੇ ਕੋਲ ਜਿਹੜੀ ਗੱਲ ਮਰਜ਼ੀ ਮਨਾ ਲਓ। ਜੇ ਉਹਨੇ ਕਿਹਾ ਕਿ ਅਨਾਰ ਉਸੇ ਤਰ੍ਹਾਂ ਪਏ ਆ ਫਿਰ ਤੁਹਾਨੂੰ ਵੀ ਪਏ ਆ ਮਿੱਤਰ। ਇਹ ਬਜ਼ੁਰਗਾਂ ਦਾ ਇਹ ਗੱਲ ਕਹਿਣਾ। ਗਲਤ। ਨਹੀਂ ਉਸਤਾਦ ਜੀ ਇਦਾਂ ਹੁੰਦਾ ਨਾ, ਤੁਸੀਂ ਬੁੱਢੀ ਦਾ ਮੂਡ ਵੇਖਣਾ ਹੋਵੇ ਕਿ ਉਹ ਅੱਛੇ ਮੂਡ 'ਚ ਨੇ ਜਾਂ ਬੁਰੇ ਮੂਡ 'ਚ ਨੇ, ਕਿਉਂਕਿ ਯਾਰ ਅੱਲਾ ਰਹਿਮ ਕਰੇ ਯਾਰ ਸਾਡਾ ਪਿਆਰਾ ਜੀ। ਮੈਂ ਜਦੋਂ ਵੀ ਘਰ ਜਾਵਾਂ ਮੇਰੀ ਬੇਗਮ ਕਹਿੰਦੀ ਸਰਤਾਜ ਤੁਸੀਂ ਆ ਗਏ। ਇਹ ਮੈਨੂੰ ਵੀ ਕਹਿੰਦੀ ਮੇਰੀ ਬੇਗਮ ਮੈਨੂੰ ਵੀ ਕਹਿੰਦੀ ਹਰ ਜਗ੍ਹਾ। ਲੇਕਿਨ ਉਸਤਾਦ ਜੀ ਯਾਰ ਇਹਨਾਂ ਦਾ ਟੌਪਿਕ ਕਰੋ ਯਾਰ, ਬਹੁਤ ਬਕਵਾਸ ਕਰਦੇ। ਅੱਛਾ ਨਹੀਂ ਉਸਤਾਦ ਜੀ ਵੈਸੇ ਐ ਨਾ ਕਰੋ ਯਾਰ, ਸਾਡਾ ਤੁਹਾਡੀ ਠੀਕ ਹੋ ਮਿਹਰਬਾਨੀ। ਗਿਆ ਉਸਤਾਦ ਜੀ। ਵੈਸੇ ਤੁਹਾਨੂੰ ਮੈਸੇਜ ਦੇਣਾ ਚਾਹੀਦਾ ਕਿ ਬੰਦਾ ਅਗਰ ਸ਼ਾਦੀ ਕਰਦਾ ਹੈ ਉਹਦੀ ਫੇਵਰ ਕਰੋ ਯਾਰ, ਮਿਹਰਬਾਨੀ ਤੁਹਾਡੀ। ਸਾਰੇ ਸਹੀ ਕਹਿ ਦੇਣਾ। ਨਹੀਂ ਇਹ ਨਹੀਂ ਕਰਨਾ ਇਹਨਾਂ ਨੇ। ਕਿਉਂ ਨਹੀਂ ਕਰਨਾ ਉਸਤਾਦ ਜੀ? ਬੰਦੇ ਦਾ ਰਾਈਟ ਬਣਦਾ। ਸਾਡੇ ਪਾਕਿਸਤਾਨ 'ਚ ਕੋਈ 1% ਹੀ ਔਰਤਾਂ ਹੋਣਗੀਆਂ, ਬਾਕੀ ਸਾਰੀਆਂ ਉਹੀ ਨੇ ਕਿ ਵੀ ਨਹੀਂ ਮਰਨ ਜਾਂ ਮਰ ਲੱਗੀਆਂ ਜਾਣਾ ਜਾਂ ਮਾਰ ਦੇਣਾ। ਮਰਨ ਲੱਗੀਆਂ ਵੀ ਕਹਿ ਦਿੰਦੀਆਂ ਮੇਰੇ ਬਾਅਦ ਸ਼ਾਦੀ ਨਾ ਕਰਨੀ। ਉਹ ਮਰਨ ਤੋਂ ਬਾਅਦ ਤੇ ਕਰਨ ਦਿਓ। ਨਹੀਂ ਉਹ ਤੇ ਫਰੀਦ ਬੁੱਢੀ ਮਰ ਵੀ ਜਾਵੇ ਨਾ ਤੇ ਇੰਜ ਦੀ ਲਾਸ਼ ਪਈ ਵੀ ਬੰਦੇ ਵੱਲ ਹੁੰਦਾ ਹਿਸਾਬ ਵੀ ਕਿੱਧਰ ਫਿਰ ਰਿਹਾ। ਖਾਬਾਂ ਚ ਆ ਉਹਦੇ ਕੇ ਨਾਲ ਕਹਿੰਦੀ, ਕਿਉਂ ਏਡਾ ਕੋਲ ਜਾ ਅਫਸੋਸ ਕਰ ਰਿਹਾ। ਉਹ ਖਾਬਾਂ ਚ ਆ ਕੇ ਕਹਿੰਦੀ ਕੂਲਾ ਤੇ ਜਿਹੜੀ ਖਾਲਾ ਸੁਗਰਾ ਦੀ ਕੁੜੀ ਆਈ ਸੀ ਤੁਸੀਂ ਉਹਦੇ ਕੋਲ ਬੜੇ ਫਿਰਦੇ ਸੀ। ਯਾਰ ਹਾਂਜੀ ਉਸਤਾਦ ਜੀ ਮੈਂ ਇੱਕ ਗੱਲ ਵੀ ਸੁਣੀ ਸੀਗੀ ਕਿ ਇੱਕ ਬੰਦੇ ਨੇ 2 ਸ਼ਾਦੀਆਂ ਕੀਤੀਆਂ, ਬਰਾਬਰ ਦਾ ਉਹਨਾਂ ਨਾਲ ਉਹ ਇਨਸਾਫ ਕਰਦਾ ਸੀਗਾ ਤੇ ਉਹ ਇੱਕੋ ਦਿਨ ਦੋਵੇਂ ਫੌਤ ਹੋ ਗਈਆਂ ਤੇ ਉਹਨੇ ਨਾ ਦਰਵਾਜ਼ਾ ਇੱਕ ਨਵਾਂ ਲਵਾਇਆ ਕਿ ਯਾਰ ਮੈਂ ਇਕੱਠੀਆਂ ਨੂੰ ਕੱਢਣਾ ਤੇ ਉਹਨੇ ਇੰਜੀ ਇਕੱਠੀਆਂ ਨੂੰ ਕੱਢਿਆ। ਅਗਲੇ ਦਿਨ ਔਰਤ ਖਾਬ ਜਾ ਗਈ, ਕਹਿੰਦੀ ਮੈਨੂੰ ਪੁਰਾਣੇ ਦਰਵਾਜ਼ੇ ਥਾਣੀ ਕੱਢਿਆ ਤੂੰ। ਉਹਦੇ ਫਿਰ ਉਹਨੂੰ ਨਵੇਂ ਚ ਉਹਨੂੰ ਨਵੇਂ ਜੋ ਉੱਥੇ ਵੀ ਲੜਾਈ ਪੈ ਗਈ, ਉੱਤੇ ਵੀ ਲੜਨ ਲਈਆਂ ਸੀ ਖਾਬ ਦੇ ਵਿੱਚ। ਲੇਕਿਨ ਉਸਤਾਦ ਜੀ ਰਾਈਟ ਬਣਦਾ ਹੈ। ਅਸੀਂ ਉਸ ਪੀੜ੍ਹੀ ਦੇ ਵਿੱਚ ਸ਼ਾਮਲ ਆ, ਯਾਨੀ ਸਾਡੇ ਤੇਰਾ ਵੀ ਤੇ ਫਿਰ ਬਣਦਾ ਹੀ ਆ ਰਾਈਟ। ਅੱਲਾ ਜਾਣਦਾ ਮੇਰੀ ਵਾਈਫ ਪਤਾ ਮੈਨੂੰ ਕੀ ਕਹਿੰਦੀ, ਤੁਸੀਂ ਉਹਨਾਂ ਨੂੰ ਇਜਾਜ਼ਤ ਦੇ ਮੇਰੀ ਦਿੱਤੀ। ਬੇਗਮ ਹੈ ਤੁਸੀਂ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ। ਮੈਂ ਉਹਦੇ ਕੋਲ ਇਜਾਜ਼ਤ ਲਈ, ਮੇਰੀ ਬੇਗਮ ਨੇ ਮੈਨੂੰ ਬਾਈ ਰਿਟਨ ਲਿਖ ਕੇ ਦਿੱਤਾ, ਮੇਰੇ ਕੋਲ ਅੱਜ ਵੀ ਸਟਾਂਪ ਪਿਆ। ਥੱਲੇ ਇਹ ਵੀ ਲਿਖਿਆ ਹੁੰਦਾ ਵਾ ਕਿ ਫਿਰ ਮੈਂ ਨਹੀਂ ਧੜਨਾ ਰਹਿਣਾ, ਨਹੀਂ ਤੁਸੀਂ ਕਰ ਲਓ। ਕਦੇ ਵੀ ਨਹੀਂ। ਮੈਂ ਮੇਰੀ ਕਹਿੰਦਾ ਬੇਗਮ ਨੇ ਕਿਹਾ ਹੁਣੀ ਮੈਂ ਤੁਹਾਨੂੰ ਜੈਨੂਇਨ ਪ੍ਰੂਫ ਦੇ ਦਿੰਦਾ। ਉਹਨੇ ਕਿਹਾ ਫੈਸਲ ਤੁਸੀਂ ਜਦੋਂ ਮਰਜ਼ੀ ਸ਼ਾਦੀ ਕਰ ਲਓ, 1 2 ਜਿੰਨੀਆਂ ਮਰਜ਼ੀ ਸ਼ਾਦੀ। ਤੇ ਮੈਂ ਉਹਨੇ ਆਪਣਾ ਕੀ ਦੱਸਿਆ ਫਿਰ? ਮੈਂ ਵੀ ਤੁਹਾਡੇ ਨਾਲ ਉਂਝ ਹੀ ਰਹਾਂਗੀ। ਮੈਂ ਤੁਹਾਡੇ ਨਾਲ ਇਹ ਨਹੀਂ ਹੋ ਸਕਦਾ ਆ ਜੀ। ਉਹਨੇ ਬਕਾਇਦਾ ਤੌਰ ਤੇ ਪਤਾ ਮੈਨੂੰ ਕੀ ਕਿਹਾ? ਬਤਨਾ ਨਹੀਂ ਕਹਿੰਦੇ, ਉਹ ਅੱਕ ਕੇ ਕਹਿੰਦੇ। ਅੱਛਾ ਉਹਨੇ ਕਿਹਾ ਕਿਸੇ ਬਹਾਨੇ ਤੇ ਥੋੜਾ ਕਿਤੇ ਮਗਰੋਂ ਲੱਥੇ ਮੇਰੇ। ਉਸਤਾਦ ਜੀ ਮੇਰੀ ਬੇਗਮ ਨੇ ਕਿਹਾ ਕਿ ਫੈਸਲ ਤੁਸੀਂ ਸ਼ਾਦੀ ਕਰੋ, ਮੈਂ ਵਾਗ ਫਰਾਈ ਦੀ ਰਸਮ। ਉਹ ਯਾਰ ਉਹ ਨਹੀਂ ਯਾਰ, ਕਹਿੰਦੀ ਸਾਰੀਆਂ ਰਸਮਾਂ ਲਾਂਤੀਆ ਵਾਗ ਫੜਾਈ ਭੈਣਾ ਕਰਦੀਆਂ ਨੇ। ਉਹ ਮੇਰੀਆਂ ਸਿਸਟਰਾਂ ਕਰਨਗੀਆਂ ਨਾ। ਹਾਂ ਉਹਨੇ ਕਿਹਾ ਤੂੰ ਕਹਿੰਦੀ ਬੇਗਮ ਕਹਿੰਦੀ ਆ ਵੀ ਬੇਗਮ ਨੇ ਸ਼ਾਦੀ ਕਿਹਾ- ਕਰੋ, ਮੈਂ ਵਾਗ ਫੜਾਈ ਵਾਲੀ ਰਸਮ ਕਰ ਫਿੱਟੇ ਮੁੱਕੇ ਬੇਗਮ ਨੇ ਰਾਤ। ਕਿਹਾ ਬਕਾਇਦਾ ਤੌਰ ਤੇ, ਬੇਗਮ ਨੇ ਕਿਹਾ ਤੁਹਾਡੀਆਂ ਸਿਸਟਰਾਂ ਅਸੀਂ ਦੁਬਾਰਾ ਨਵੀਆਂ ਰਸਮਾਂ ਕਰਾਂਗੇ, ਵਾਗ ਫੜਾਈ, ਤੇਲ ਮਹਿੰਦੀ ਦੁੱਧ ਪਲਾਈ ਰਸਮ, ਜਿਹੜੀ ਜੁੱਤੀ ਲੁਕੋਈ। ਜੁੱਤੀ ਵੀ ਲੁਕਾਈ, ਸਾਰਾ ਕੁਝ ਬੇਗਮ ਨੇ ਉਹ ਕਿਹਾ। ਜਿਹੜੀਆਂ ਉਹ ਠੀਕਰੀਆਂ ਤੋੜਦੇ ਅੱਡੀ ਨੂੰ, ਉਹ ਵੀ ਫੈਸਲ ਭਾਈ ਦੀ ਉਹਨਾਂ ਨੇ ਜੁੱਤੀ ਲੁਕੋਈ, ਇਹਨਾਂ ਨੇ ਪੈਸੇ ਪੂਸੇ ਦੇ ਕੇ ਕਿਹਾ ਮੇਰੀ ਜੁੱਤੀ ਦਿਓ। ਉਹ ਕਹਿੰਦੇ ਨਹੀਂ ਉਹ ਅਸੀਂ ਲੁਕੋਈ ਨਹੀਂ, ਉਹ ਤਾਂ ਸੁੱਟਤੀ। ਨਹੀਂ ਯਾਰ ਮੈਨੂੰ ਇਜਾਜ਼ਤ ਆ ਮੇਰੀ ਬੇਗਮ ਵੱਲੋਂ। ਅੱਛਾ ਤੇ ਇਜਾਜ਼ਤ ਮਿਲੀ ਹੈ ਤੇ ਇਹਨੇ ਪਤਾ ਨਹੀਂ ਕਿੱਥੇ ਗੱਲ ਫਲਾਤੀ ਕਿ ਮੈਂ ਵਿਆਹ ਕਰਨਾ। ਹਿਸਾਬ ਨਹੀਂ ਲੱਗ ਲੇਕਿਨ ਨਹੀਂ ਯਾਰ ਬਕਵਾਸ ਕਰ ਰਿਹਾ ਮੈਂ ਯਾਰ। ਬੇਵਫਾਈ ਨਹੀਂ ਕਰਨੀ।
ਮੈਂ ਬੇਵਫਾਈ ਨਹੀਂ ਕਰਨੀ ਉਸਤਾਦ ਜੀ ਜਿਹਨੂੰ ਇਜਾਜ਼ਤ ਮਿਲ ਜੇ ਉਹਨੂੰ ਅੱਗੋਂ ਹਿਸਾਬ ਨਹੀਂ ਲੱਗਦਾ। ਨਹੀਂ ਲੇਕਿਨ ਮੈਂ ਯਾਰ ਹਿਸਾਬ ਲੱਗਾ ਹੁੰਦਾ ਉਹਨਾਂ ਨੂੰ ਇਜਾਜ਼ਤ ਨਹੀਂ ਮੈਂ ਦੁਨੀਆ 'ਚ ਸਭ ਕੁਝ ਕਰ ਸਕਦਾ ਲੇਕਿਨ ਮੇਰੇ ਕੋਲ ਬੇਵਫਾਈ ਨਹੀਂ ਹੁੰਦੀ। ਇਹ 'ਚ ਕਿਹੜੀ ਬੇਫਾਈ ਹੈ? ਹੈ ਇਹ 'ਚ ਕਿਹੜੀ ਉਸਤਾਦ ਜੀ ਮੈਂ ਆਪਣੀ ਬੇਗਮ ਨਾਲ ਕੋਈ ਨਹੀਂ ਤਾਂ ਹੁਣੇ ਤੂੰ ਕਹਿੰਦੇ ਆ ਜਦੋਂ ਅੱਲਾ ਨੇ ਦਿੱਤਾ ਸਾਰਾ ਕੁਝ ਉਹ ਕਰੇ, ਇਹ ਤੁਹਾਨੂੰ ਪੁੱਛ ਹੋਣੀ ਆ ਕਿ ਤੈਨੂੰ ਮੈਂ ਰਿਜ਼ਕ ਦਿੱਤਾ ਸੀ ਤੂੰ ਦੂਜੀ ਸ਼ਾਦੀ ਕਿਉਂ ਨਹੀਂ ਤੀ, ਤੇ ਹੁਣ ਕਿੱਥੇ ਗਿਆ ਉਹ ਸਾਰਾ ਕੁਝ? ਉਸਤਾਦ ਜੀ ਮੈਂ ਉਹਨੂੰ ਕਹਿ ਰਿਹਾ ਵਾਂ ਨਹੀਂ ਤੇ ਤੇਰੇ ਤੇ ਲਾਗੂ ਨਹੀਂ ਹੁੰਦਾ ਇਹ, ਕਿ ਤੈਨੂੰ ਨਹੀਂ ਪੁੱਛ ਹੋਣੀ। ਮੈਂ ਕਰਾਂਗਾ ਸ਼ਾਦੀ ਉਸਤਾਦ ਜੀ, ਤੁਸੀਂ ਖਬਰ ਤੇ ਕਰ ਲਓ, ਤੁਸੀਂ ਕਿਉਂ ਟੈਨਸ਼ਨ ਲੈ ਰਹੇ? ਉਹ ਫਰੀਦ ਕਹਿੰਦਾ ਨਾ ਨਾੜ ਧੋ ਕੇ ਰੱਖੇ ਹੁੰਦੇ, ਇਹ ਜਦੋਂ ਜਾਂਦਾ ਉਹਨਾਂ ਨੇ ਬੇਰ ਧੋ ਕੇ ਰੱਖੇ ਹੁੰਦੇ। ਭਾਜੀ ਇੱਕ ਸ਼ਾਦੀ ਕਰਕੇ ਨਾ ਹਾਂਜੀ ਤੇ ਬੰਦੇ ਬਾਹਰ ਜੋ ਮਰਜ਼ੀ ਖੇ ਖਾਈ ਜੋ, ਮੈਂ ਮੇਰਾ ਪੀਆ ਘਰ ਆਇਆ ਇੰਜ ਹੀ ਕਹਿਣਗੀਆਂ ਤੁਹਾਨੂੰ। ਡਾਇਰੈਕਟ ਬਹੁਤ ਉਸਤਾਦ ਜੀ ਉਹ ਗੁਨਾਹ ਨਹੀਂ ਸਰ, ਉਹਦਾ ਪਤਾ ਤਾਂ ਨਹੀਂ ਨਾ ਅੱਛਾ ਜਿਹੜਾ ਉਹ ਗੁਨਾਹ ਹੋਇਆ ਨਹੀਂ ਉਹ ਗੁਨਾਹ ਨਹੀਂ, ਉਹ ਗੁਨਾਹ ਵਾ। ਗੁਨਾਹ ਨਹੀਂ ਗੁਨਾਹ ਨਹੀਂ, ਗੁਨਾਹ ਕਿਉਂ ਨਹੀਂ? ਗੁਨਾਹ ਗੁਨਾਹ ਤੇ ਮੈਂ ਵੀ ਤਾਂ ਇਹੀ ਕਹਿ ਰਿਹਾ ਕੀ? ਗੁਨਾਹ ਹੈ। ਉਹ ਗੁਨਾਹ ਨਹੀਂ ਆ। ਕਿਉਂ ਨਹੀਂ ਹੈ ਗੁਨਾਹ? ਗੁਨਾਹ ਹੈ ਉਸਤਾਦ ਜੀ ਗੁਨਾਹ ਹੈ। ਇੱਥੇ ਨਾ ਇੱਕ ਉਹਦਾ ਅੰਤਰਾ ਸੁਣਾਇਓ, ਸ਼ਾਮਿਲ ਹੈ ਮੇਰਾ ਖੂਨ ਜਿਗਰ ਤੇਰੀ ਹੀ ਨਾਮ, ਜ਼ਰਾ ਸੁਣਾਇਓ। ਭਰਜਾਈ ਯਾਦ ਆ ਗਈ, ਬਣੀ ਆ। ਹੈ ਭਰਜਾਈ ਯਾਦ ਆ ਗਈ। ਕੀ ਗੱਲ ਹੋਈ ਯਾਰ? ਕਿਆ ਦੁਖੀ ਸ਼ੇਰ ਯਾਰ। ਕਿਉਂ ਜਰਾ ਗੁਨਾਹ? ਉਸਤਾਦ ਜੀ ਸੁਣਾਇਓ। ਬਾਲ ਗੱਲ ਹੈ ਯਾਰ, ਪਤਾ ਕੀ ਗੱਲ ਹੈ, ਮੈਂ ਤੁਹਾਨੂੰ ਪਿਛਲੇ ਸ਼ੋਅ 'ਚ ਕਿਹਾ ਸੀ ਨਾ ਕਿ ਸਾਰੇ ਮਰ ਮੁਰ ਜਾਣਾ, ਕੋਈ ਚੱਕਰ ਨਹੀਂ ਰਹਿ ਜਾਣਾ। ਦੇਖੋ ਤੁਸੀਂ ਸ਼ਾਦੀ ਕਰ ਲਓ, ਤੁਹਾਡਾ ਬੰਦਾ ਬਾਹਰ ਜਾ ਕੇ ਜੋ ਮਰਜ਼ੀ ਖੇ ਖਾ ਕੇ ਘਰ ਆ ਜਾਵੇ, ਸਾਨੂੰ ਦਾਮਨ ਸਾਫ਼ ਕਰਕੇ ਪੱਲਾ ਝਾੜ ਕੇ ਰਾਤ ਨੂੰ ਆ ਕੇ ਵੀ ਜਾਨ ਨੂੰ ਖਾਣਾ ਲੈ ਆਓ, ਤੁਸੀਂ ਕਹਿਣਾ ਮੇਰੇ ਸਦਕੇ ਮੇਰਾ ਬੰਦਾ ਇਦਾਂ ਹੈ। ਹਾਂ ਰੋਜ਼ ਜਿੱਥੇ ਮਰਜ਼ੀ ਜਾ ਕੇ ਜੋ ਮਰਜ਼ੀ ਕਰਕੇ ਆਵੇ। ਜਿੱਥੋਂ ਉਹਨੇ ਨਿਕਾਹ ਕਰ ਲਿਆ ਤੇ ਤੁਹਾਨੂੰ ਪਤਾ ਲੱਗ ਗਿਆ, ਓਏ ਤੇ ਖੁੱਲ ਕੇ ਪ੍ਰਮੋਟ ਕਿਉਂ ਨਹੀਂ ਕਰਦੇ ਇਸ ਮਿਸ਼ਨ? ਨਹੀਂ ਮੈਂ ਨਹੀਂ ਕਰਦਾ ਤੇ promote। ਇਹੀ ਤੇ ਅਸੀਂ ਕਹਿ ਰਹੇ ਮੈਂ ਇੱਕ ਦਿਨ ਦੱਸਿਆ ਤਾਂ ਸੀ ਕਿ ਸੌਦੀਆ ਦੇਖ ਲਓ, ਸਾਡਾ ਕਲਚਰ ਐਸਾ ਨਾ ਭਾਈ, ਤਰਬੀਅਤ ਐਸੀ ਹੈ ਬੱਚਿਆਂ ਦੀ। ਨਾ ਉਹ ਦੂਸਰੇ ਨੂੰ ਵੈਸੇ ਹੀ ਅਸੀਂ ਸ਼ਾਇਦ ਮਤਲਬ ਕਿ ਸਮਝਦੇ ਨਹੀਂ ਆ, ਪੜ੍ਹੇ ਨਹੀਂ ਆ, ਉਹ ਦੂਸਰੇ ਨੂੰ ਗੁਨਾਹ ਸਮਝਿਆ ਜਾਂਦਾ ਕਿ ਨਾ ਕਰੀ, ਮੈਨੂੰ ਨਾ ਛੱਡੀ। ਉਹ ਵੱਡਿਆਂ ਤੋਂ ਵੀ ਇਦਾਂ ਹੀ ਤੁਸੀਂ ਨਹੀਂ ਮਿਸਾਲ, ਤੁਸੀਂ ਕਿਸੇ ਨੂੰ ਮਿਸਾਲ ਦੇਣੀ ਨਾ ਕਿ ਯਾਰ ਮੇਰੇ ਕੋ ਤੂੰ ਬਾਕੀ ਮੇਰੇ ਕੋ ਹੈਗਾ ਸਾਰਾ ਕੁਝ, ਮੈਂ ਕਰ ਸਕਦਾ, ਮੈਂ ਰੱਖ ਸਕਦਾ, ਤੇ ਬਾਕੀ ਹੈ ਇਹ ਬੜੀ ਧੀ ਸੀ ਯਾਦ ਆ ਕਿ ਜੀ ਇਹ ਇੰਨੇ ਕੀਤੇ ਸੀ। ਤੇ ਜਿਹੜੀਆਂ ਨਮਾਜ਼ਾਂ 5 ਰੋਜ਼ ਨਹੀਂ ਪੜ੍ਹਦੇ, ਰੋਜ਼ੇ ਕਦੇ ਨਹੀਂ ਰੱਖੇ, ਹੈ ਨੇਕੀ ਨਹੀਂ ਕਰੋ, ਸਾਰਾ ਕੁਝ ਕਰੋ ਤੁਸੀਂ, ਪਹਿਲੇ ਸਾਰਾ ਕੁਝ ਉਹ ਪੂਰਾ ਕਰੋ, ਫਿਰ ਇਹ ਵੀ ਨੇਕੀ ਕਰਨਾ। ਇਹ ਨੇਕੀ ਅੱਗੋਂ ਆਇਆ ਤੁਹਾਨੂੰ ਸੁਣਨ ਨੂੰ ਮਿਲਦਾ। ਏਦਾਂ ਹੀ ਉਸਤਾਦ ਜੀ। ਲੇਕਿਨ ਨਾ ਆਪਣੇ ਆਪ ਨੂੰ ਤੁਸੀਂ ਦਰੁਸਤ ਰੱਖੋ ਉਸਤਾਦ ਜੀ। ਮੈਂ ਇੱਕ ਗੱਲ ਪੜ੍ਹੀ ਸੀਗੀ ਕਿ ਇੱਕ ਬੰਦਾ ਨਾ ਬਾਹਰਲੇ ਮੁਲਕ ਗਿਆ, ਅਮਰੀਕਾ ਦੇ ਵਿੱਚ, ਉਹਨੇ ਨਾ ਅੰਗਰੇਜ਼ਣੀ ਨੇ ਹੱਥ ਮਿਲਾਇਆ ਉਹਦੇ ਨਾਲ, ਉਹਨੇ ਕਿਹਾ ਕਹਿੰਦਾ ਮੈਂ ਗੈਰ ਮਹਿਰਮ, ਤੁਸੀਂ ਮੈਂ ਹੱਥ ਨਹੀਂ ਮਿਲਾ ਸਕਦਾ ਤੁਹਾਡੇ ਨਾਲ, ਇਹ ਮੇਰੇ ਹੱਥ ਪੈਰ ਸਿਰ ਤੋਂ ਲੈ ਕੇ ਪੈਰਾਂ ਤੇ ਮੈਂ ਆਪਣੀ ਬੇਗਮ ਦੀ ਇਮਾਨਤ। ਤੇ ਉਹ ਅੰਗਰੇਜ਼ਣੀ ਨਾ ਉਸਤਾਦ ਜੀ ਬੇਹੋਸ਼ ਹੋ ਗਈ ਕਿ ਤੁਸੀਂ ਇਸ ਤਰ੍ਹਾਂ ਯਾਨੀ ਕਿ ਆਪਣੀ ਵਾਈਫ ਦੇ ਨਾਲ ਉਹਨੇ ਉਹਦੇ ਨਾਲ ਨਾ ਸ਼ਾਦੀ ਦੀ ਆਫਰ ਬੇਹੋਸ਼ ਹੋ ਗਈ, ਉਹਨੂੰ ਡਾਕਟਰ ਕੋਲ ਲੈ ਗਏ, ਉਹਨਾਂ ਨੇ ਜਵਾਬ ਦੇ ਦਿੱਤਾ, ਉਹਨਾਂ ਨੇ ਕਿਹਾ ਜੀ ਇਹ ਮਰ ਗਈ ਆ। ਨਹੀਂ ਉਸਤਾਦ ਜੀ ਉਹ ਝਟਕਾ, ਉਹਦਾ ਜਨਾਜ਼ਾ ਹੋਇਆ ਅਗਲੇ ਦਿਨ। ਸਖਤੇ ਚ ਆ ਗਈ ਕਿ ਤੁਸੀਂ ਇੰਨੀ ਮੁਹੱਬਤ ਕਰਦੇ ਹੋ ਉਸਤਾਦ ਜੀ। ਉਹ ਲੜਕੀ ਨੇ ਉਹਦੇ ਨਾਲ ਸ਼ਾਦੀ ਕਰ ਲਈ। ਨਹੀਂ ਜਦੋਂ ਉਹ ਬੇਹੋਸ਼ ਹੋ ਗਈ ਉਸ ਤੋਂ ਬਾਅਦ ਇਹ ਕਿੰਨੇ ਕਿਹਾ ਕਿ ਤੁਸੀਂ ਇੰਨੀ ਮੁਹੱਬਤ ਕਰਦੇ ਹੋ? ਇਹ ਕਿੱਦਾਂ ਜੀ ਬੇਹੋਸ਼ ਨਹੀਂ, ਮੈਂ ਸਖਤੇ ਚ ਕਹਿਣ ਡਿਆ ਕਿ ਉਹ ਇਹਨੇ ਪਹਿਲੇ ਬੇਹੋਸ਼ ਨਹੀਂ ਸ਼ੌਕਿੰਗ ਉਹਦੇ ਵਿੱਚ ਯਾਨੀ ਕਿ ਡਿੱਗ ਪਈ, ਤੁਸੀਂ ਡਿੱਗ ਪਈ ਕਿ ਤੁਸੀਂ ਇੰਨੀ ਕਹਿੰਦੇ ਕਿ ਅੱਛੀ ਗੱਲ ਸਾਡੇ ਮੁਲਕ ਦੇ ਵਿੱਚ ਇਸ ਤਰ੍ਹਾਂ ਅਗਰ ਹੋਵੇ ਤੇ ਅਸੀਂ ਕਦੇ ਵੀ ਨਾ। ਉਹਨੇ ਫਿਰ ਉਹਨੂੰ ਸ਼ਾਦੀ ਦੀ ਆਫਰ ਕਰੀ, ਉਹਦੇ ਨਾਲ ਸ਼ਾਦੀ ਹੋਈ, ਉਹਨੇ ਫਿਰ ਪਾਕਿਸਤਾਨ ਲੈ ਕੇ ਆਇਆ, ਇੱਥੇ ਆ ਕੇ ਬੰਦੇ ਨੇ ਦੱਸਿਆ ਉਹ ਵੀ ਇੰਝ ਹੀ ਗਿਆ। ਸਹੀ ਗੱਲ ਆ, ਉਹ 30 ਲੱਖ ਰੁਪਈਆ ਲਾ ਕੇ ਬਾਹਰ ਗਿਆ ਵਾ। ਇੱਕ ਅੰਗਰੇਜ਼ਣੀ ਨੇ ਉਹਦੇ ਹੱਥ ਮਿਲਾਇਆ, ਕਹਿੰਦਾ ਨਹੀਂ ਮੇਰੀ ਬੇਗਮ ਦੀ ਇਮਾਨਤ। ਉਹਨੇ ਆਪਣੇ ਅੱਬੂ ਨਾਲ ਗੱਲ ਕੀਤੀ, ਉਹਨਾਂ ਨੇ ਵਾਪਸ ਪਾਕਿਸਤਾਨ ਭੇਜਤਾ, ਜਾ ਆਪਣੀ ਬੁੱਢੀ ਕੋ। ਠੀਕ ਹੈ। ਫੈਸਲ ਵੀ ਇੱਕ ਅੰਗਰੇਜ਼ ਨੇ ਕਿਹਾ ਅਸਲਾਮ ਅਲੈਕੁਮ, ਕਹਿੰਦਾ ਕੈਮਰੇ ਬੰਦ ਕਰੋ ਤੇ ਉਹਦੇ ਹੱਥ ਫੜ ਕੇ ਚੁੰਮਣ। ਉਹ ਤੂੰ ਚਵਲ ਮਾਰੀ ਸੀ ਉਹ ਫਿਲਪੀਨੀ ਨੇ ਜਿਹੜਾ ਦੁਬਈ ਸ਼ੋਅ ਕੀਤਾ। ਨਹੀਂ ਰਿਹਾ ਫੈਸਲ ਨੂੰ ਸਿਰਫ ਇੱਕ ਅੰਗਰੇਜ਼ਨੀ ਨੇ ਏਦਾਂ ਹੱਥ ਕਰੀ ਜ਼ਰਾ ਇੰਜ ਕੀਤਾ ਲੈ ਤੇ ਇੰਜ ਕਰੀ ਸਲਾਮ ਅਲੈਕੁਮ ਅਸਲਾਮ ਅਲੈਕੁਮ। ਫੈਸਲ ਨੇ ਇੰਜ ਫੜ ਲਿਆ। ਉਸਤਾਦ ਜੀ ਉਹਦੇ ਬਿਲਕੁਲ ਨਾਲ ਬਹਿ ਕੇ ਉਹਦੇ ਨਾਲ ਇਹਦੀ ਫਿਲਪੀਨਾਂ ਵਾਲੀ ਵੀਡੀਓ ਉਸਤਾਦ ਜੀ ਤੁਸੀਂ ਵੇਖੋ। ਮੈਂ ਕਹਿੰਦਾ ਕਿ ਫੈਸਲ ਇੰਜ ਨਾਲ ਬਹਿ ਕੇ ਨਾ ਇੰਜ ਤੇ ਉਹਨੂੰ ਕਹਿ ਰਿਹਾ ਮੈਂ ਗੈਰ ਔਰਤਾਂ ਨਾਲ ਨਹੀਂ ਗੱਲ ਕਰਦਾ। ਅਸੀਂ ਉਸਤਾਦ ਜੀ ਵੈਸੇ ਉਸ ਪੀੜ੍ਹੀ 'ਚ ਸ਼ਾਮਲ ਆ ਕਿ ਸਾਡੇ ਤੋਂ ਪਿਛਲੀ ਜਿਹੜੀ ਗੁਸਲਖਾਨੀ ਨਹੀਂ ਪਈ ਹੁੰਦੀ, ਮੰਜੀ ਪੀੜੀ ਟਕਾ ਫੋਨ ਤੇ ਲਿਆ ਕਰੋ ਉਸਤਾਦ ਜੀ। ਇਹ ਉਸ ਪੀੜ੍ਹੀ 'ਚ ਸ਼ਾਮਲ ਆ। ਅਸੀਂ ਉਸ ਪੀੜ੍ਹੀ 'ਚ ਸ਼ਾਮਲ ਆ ਤੇ ਕਿ ਜਿਹੜੀਆਂ ਸਾਡੀਆਂ ਮਾਵਾਂ ਨੇ ਨਾ, ਉਹਨਾਂ ਨੂੰ ਸਮਾਰਟਫੋਨ ਦਾ ਜਿਹੜਾ ਲੌਗ ਨਹੀਂ ਖੋਲਣਾ। ਅੱਗੇ ਮਾਵਾਂ ਜਿਹੜੀਆਂ ਨੇ ਉਹ ਟੋਟਲੀ, ਬੱਚੇ ਵੀ ਐਕਸਪਰਟ, ਸਾਰਾ ਕੁਛ ਹੀ। ਪਿਛਲੀਆਂ ਮਾਵਾਂ ਸੀ ਉਹ ਪੋਤੜੇ ਬਣਾਉਂਦੀਆਂ, ਸਾਨੂੰ ਪਤਾ ਉਸਤਾਦ ਜੀ। ਅੱਜ ਕੱਲ ਦੀ ਮਾਂ ਨੂੰ ਪਤਾ ਹੀ ਨਹੀਂ ਪੋਤੜਾ ਕੀ ਹੁੰਦਾ।
ਤਿੰਨ ਨੁਕਰਾਂ ਵਾਲਾ ਹਾਏ ਯਾਰ, ਓਏ ਹੋਏ ਹੋਏ ਹੋਏ, ਯਾਰ ਉਹ ਅਸਲ ਸੀ ਨਾ, ਮਿਹਨਤ ਅਸੀਂ ਕਰਨੀ। ਪੋਤੜਿਆਂ ਤੇ ਪਲੇ ਆ, ਵਿਛਾਉਣੀ ਵਿਛਾਉਣੀ ਪੋਤੜੇ। ਨੈਪੀ ਉਹਨੇ ਆਪ ਮੈਨੂਅਲ ਬਣਾਉਣੀ, ਹਾਂਜੀ। 3 ਨੁਕਰਾਂ ਵਾਲੀਆਂ ਇੰਜ ਕਰਕੇ ਤੇ ਬੰਨ ਕੇ ਹਾਂਜੀ। ਉਹ ਗੰਢ ਬੰਨੀ ਹੋਣੀ, ਇਧਰੋਂ ਗੰਢ ਬੰਨੀ ਹੋਣੀ। ਸਰਦੀਆਂ 'ਚ ਚੰਗੇ ਤੋਂ ਚੰਗਾ ਅਸੀਂ ਸਵੈਟਰ ਲੈ ਸਕਨੇ ਇੱਥੇ। ਉਦੋਂ ਮਾਵਾਂ ਉਸਤਾਦ ਜੀ ਉਹ ਬੁਣਦੀਆਂ ਹੁੰਦੀਆਂ ਸੀ ਹੱਥਾਂ ਨਾਲ। ਉਸਤਾਦ ਜੀ ਬੱਚੇ ਨੇ ਦਿਹਾੜੀ ਦੇ ਵਿੱਚ 10 ਵਾਰੀ 15 ਵਾਰੀ ਸੂਸੂ ਕਰਨਾ, ਠੀਕ ਹੈ, ਉਹਨੇ ਗੰਦੇ ਹੋਣਾ, 10 ਵਾਰੀ ਮਾਂ ਨੇ ਸਾਫ਼ ਕਰਨਾ। ਉਹ ਮਾਂ ਦੀ ਮੁਹੱਬਤ। ਤੇ ਇੱਕ ਮਾਂ ਨੇ ਸਵੇਰੇ ਉੱਠਦਿਆਂ ਪੈਂਪਰ ਲਾ ਦੇਣਾ, ਰਾਤ ਨੂੰ 11 ਵਜੇ ਬਦਲ ਦੇਣਾ। ਹੋਏ ਹੋਏ ਹੋਏ। ਉਸ ਮਾਂ ਦੀ ਮੁਹੱਬਤ 'ਚ ਫਰਕ ਆ ਨਾਲੇ ਭਾਈ। ਸ਼ਾਮ ਤੱਕ ਬੱਚਾ ਪਲੀਜ਼ ਹੀ ਆ ਫਿਰ। ਲੇਕਿਨ ਉਹ ਮਾਂ ਜਿਹੜੀ ਹੈ ਨਾ, ਉਹ ਮਾਵਾਂ ਫਿਰ ਬੱਚਿਆਂ ਦੇ ਸਿਰ ਤੇ ਬੜੀਆਂ ਬੜੀਆਂ ਔਖਾਈ ਵੀ ਉਹਨਾਂ ਨੇ ਕੱਟੀ ਹੈ ਕਿ ਅਸੀਂ ਆਪਣੇ ਬੱਚਿਆਂ ਨੇ। ਫਿਰ ਇਹ ਮਾਵਾਂ ਆਰਾਮ ਨਾਲ ਛੱਡ ਕੇ ਵੀ ਨਿਕਲ ਜਾਂਦੀਆਂ ਨੇ ਅਗਲੇ ਪਾਸੇ। ਇਹ ਫਰਕ ਹੈ, ਬਿਲਕੁਲ ਸਹੀ। ਅੱਜ ਦੇ ਦੌਰ ਤੁਸੀਂ ਦੇਖੋ, 2 ਬੱਚੇ ਸੀ ਜੀ, ਉਹਨੇ ਕਿਹਾ ਜੀ ਮੈਂ ਨਹੀਂ, ਉਹਨੇ ਸਿੱਟੇ ਇਹਨੇ ਤੇ ਅੱਗੇ ਵਿਆਹ ਕਰਾ ਲਿਆ। ਉਹ ਮਾਵਾਂ ਦੇ ਪਿਆਰ ਮੁਹੱਬਤ ਇਦਾਂ ਹੈ ਸੀ ਬਿਲਕੁਲ। ਹਾਂਜੀ। ਸਾਜੀ ਇਹਦੀ ਵਾਲਦਾ ਨੇ ਵੀ ਪੋਤੜੇ ਲਾਉਂਦੀ, ਹੁਣ 2 ਵਾਰੀ ਲਾਇਆ ਛੱਡ ਗਈ। ਕਿਉਂ? ਪੋਤੜਾ ਖਾ ਜਾਂਦਾ। ਨਹੀਂ 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 ਤੇ ਉਹ ਮੇਰੀ ਚੱਲ ਉੱਠ ਕੇ ਇੱਧਰ ਬੈ ਚੱਲ। ਮੈਨੂੰ ਕੀ ਪਤਾ। ਓਏ ਇਹਨੂੰ ਤੇ ਸਿਰਫ ਨਾ ਇੰਜ ਮੈਂ ਤੈਨੂੰ ਦੱਸਦਾ, ਆ ਦੇ ਆ ਰੱਖ ਕੇ ਨਾ, ਸਨੀ ਪਲਾਸਟ ਇਹ ਇੰਜ ਰੱਖ ਕੇ ਨਾ, ਇਹਨੂੰ ਇੱਥੇ ਰੱਖ ਕੇ ਤੇ ਇਹ ਇੰਜ ਕਰ ਦਿੰਦੀ ਸੀ ਬਸ। ਪੋਤੜਾ ਲੱਗਦਾ ਸੀ ਤੇ ਐ ਲੱਗਦਾ ਸੀ ਸਮੋਸਾ ਬਣਾ ਕੇ ਰੱਖਿਆ। ਤੇ ਆਪ ਫਰੀਦ ਨੂੰ ਇੱਕ ਦਿਨ ਉਹ ਪੋਤਰਾ ਲੱਭਾ ਨਹੀਂ, ਉਹ ਗੋਲ ਬੰਦ ਬਣ ਕੇ ਉੱਤੇ ਰੱਖੀ। ਤਾਜੀ ਉਹ ਜਿਹੜੀਆਂ ਟੋਪੀਆਂ ਬਣਦੀਆਂ ਹੁੰਦੀਆਂ ਸੀ ਹਨਾ, ਉਹ ਕਿੰਨੀਆਂ ਦੀਆਂ। ਖੂਬਸੂਰਤ ਹਨਾ। ਬਹੁਤ ਹੋਣੀ। ਇਹਦੀ ਵੀ ਟੋਪੀ ਉਹਨੇ ਬਣਾਈ ਮਧਾਣੇ ਤੇ ਰੱਖ ਕੇ। ਇਹਦੀ ਮਾਂ ਨੇ ਇੰਜ ਕਰਕੇ ਰੱਸੀ ਵਾਲੀ ਤੇ ਉਹਨੇ ਗੱਲ ਟੋਪੀ ਤੇ ਉਹ ਚੱਲ ਉੱਧਰ ਬੈ ਜਾ। ਭਾਈ ਮੰਮੀ ਹੁਣ ਵਿਆਹ ਕਰਾ। ਨਹੀਂ ਇਹ ਛੋਟਾ ਹੁੰਦਾ, ਇਹਦੇ ਨਾ ਜਿਹੜੀ ਟੋਪੀ ਪਾਉਂਦਾ ਸੀ ਨਾ, ਉਹਦੇ ਇੱਥੇ ਲਿਖਿਆ ਹੁੰਦਾ ਸੀ ਪੈਪਸੀ। ਉਹ ਕਿਧਰ ਬੰਦੇ ਨੇ ਲਾ ਕੇ ਦੇਖਿਆ ਤੇ ਢੱਕਣ ਬੋਤਲ ਦਾ। कैसे जमाने कैसे खूबसूरत दौर ਹੁੰਦੇ ਉਸਤਾਦ ਜੀ। ਅੱਜ ਕੱਲ ਹਾਰਟ ਪਾਰਟ ਸ਼ੁਰੂ ਹੋ ਗਿਆ। ਇੱਟਾਂ ਦੇ ਬਹਿੰਦੇ ਹੁੰਦੇ ਸੀ ਉਸਤਾਦ ਜੀ, ਜਨਰਲ ਇਹ ਤਰੀਕਾ। ਉਸਤਾਦ ਜੀ ਤੁਸੀਂ ਵੀ ਬਹਿੰਦੇ ਰਹੇ ਹੋ ਕੋਈ ਮਤਲਬ? ਜੀ ਮੈਂ ਕਿਹੜਾ ਕਹਿ ਰਿਹਾ ਕਿ ਤੁਸੀਂ ਅੱਗੋਂ ਐ ਕੀਤਾ ਕਿ ਜਿਵੇਂ ਕਦੀ ਨਹੀਂ ਮੈਂ ਤੇ ਤੇਰੀ ਗੱਲ ਦੀ ਕਰ ਰਿਹਾ ਕਿ ਹਾਂ ਸਹੀ ਗੱਲ। ਖਾਲੇ ਤੇ ਤੁਸੀਂ ਨਹੀਂ ਜਾ ਕੇ ਤੇ ਜਾਂਦਾ ਰਿਹਾ, ਚੀਆ ਮੁੱਤਾ ਕਰਦੇ? ਜਾਂਦਾ ਰਿਹਾ, ਅੰਮੀ ਧੋ ਦਿਓ, ਜਾਂਦਾ ਰਿਹਾ। ਆਹੋ ਇਹਦੀ ਉਸਤਾਦ ਕੋਈ ਜੀ ਵੱਡੀ ਸਹੀ ਗੱਲ। ਗੱਲ ਆ। ਯਾਰ ਉਧਰ ਦੇਖੋ ਜਿੱਦਾਂ ਘੀਸੀਆਂ ਲਾ ਕੇ ਨੱਕ ਕਿੱਦਾਂ ਦਾ ਇੱਧਰ ਆ ਕੇ ਬੈਠ ਗਈ। ਨਹੀਂ ਮੈਂ ਇੰਜ ਕੀ ਸੀ ਲੈਂਦਾ ਸੀਗਾ ਹੈ। ਕਿਸੇ ਲੈਂਦੇ ਡਿੱਗ ਪੈਂਦੇ ਸੀ। ਭਾਈ ਮੰਮੀ ਹੁਣ ਵਿਆਹ ਕਰਾ ਲੈਣਾ, ਫਾਰਮਰ ਤੇ ਇੱਕ ਵਧੂ। ਕੀ ਸਹੀ ਨਹੀਂ ਸ਼ਾਦੀ ਦਾ ਫਾਰਮਰ ਜਿਹੜਾ ਬੇਗਮ Format। ਹਾਂ ਮੋਜ਼ੂ ਬਣ ਜਾਏਗਾ। ਫਾਰਮਰ ਇਹ ਵੀ ਉਸਤਾਦ ਜੀ ਇੱਟਾਂ ਤੇ ਬਹਿੰਦਾ ਹੁੰਦਾ ਸੀ, ਫਿਰ ਇਹ ਹਟ ਗਿਆ। ਕਿਉਂ? ਇੱਕ ਵਾਰੀ ਇਹਨੂੰ ਇੱਲ ਲੈ ਗਈ ਚੁੱਕ ਕੇ। ਉਹ ਜਾ ਉੱਧਰ ਚਲਾ ਜਾ। ਚੱਲ ਚੋਲਾ ਮਾਰਦਾ ਜ਼ਲੀਲ ਕਰਾਉਣ ਲਿਆ ਵਾ। ਸਹੀ ਗੱਲ ਆ। ਇੱਟਾਂ ਤੇ ਬੁਲਾ ਬੰਦਾ ਬੰਦਾ। ਭਾਈ ਉਦੋਂ ਇੱਟਾਂ ਤੇ ਹੀ ਬਹਿੰਦੀ ਸੀ ਮਾਂ। ਟੈਕਨੋਲੋਜੀ ਦਾ ਖੂਬਸੂਰਤ ਦੌਰ ਹੈ, ਲੇਕਿਨ ਉਸ ਖੂਬਸੂਰਤੀ ਨੂੰ ਉਸਤਾਦ ਜੀ ਜਦੋਂ ਅਸੀਂ ਮਤਲਬ ਸਾਗ ਖਾਣਾ ਹਾਏ ਹਾਏ। ਹੋਰੇ ਵਾਲ ਗਵਰੀ। ਦੇਸੀ ਘਿਓ ਨਹੀਂ ਵਿੱਚ, ਤੂੰ ਅੱਜ ਵੀ ਖਾ ਲਾ, ਐਡੀ ਕਿਹੜੀ ਗੱਲ ਆ। ਨਹੀਂ ਸਾਜੀ ਸਾਗ ਹੁਣ ਸਵੇਰੇ ਪਕਾ ਕੇ ਦੇਸੀ ਘਿਓ ਦੀ ਰੋਟੀ ਨਾ ਖਾ ਲਾ। ਅਗਲੇ ਬੰਦੇ ਦਾ ਫਲੋ ਨਹੀਂ ਅਗਲੇ ਬੰਦੇ ਦਾ ਗੱਲ ਤੂੰ ਲੌਜੀਕਲੀ ਕਰ। ਉਸਤਾਦ ਜੀ ਲੌਜੀਕਲੀ ਕਰਨ ਡਿਆ। ਸਾਗ ਨਹੀਂ, ਤੂੰ ਇਹ ਕਹਿ ਵੀ ਭਾਜੀ- ਲਾਸਟ ਟਾਈਮ ਕਦੋਂ ਖਾਦਾ ਸਾਗ ਯਾਦ? ਯਾਰ ਮੈਂ ਥੋੜੇ ਦਿਨ ਪਹਿਲੇ ਖਾਦਾ ਅਸਲੀ ਜਿਹੜਾ ਸਾਗ, ਅਸਲੀ ਸਾਗ ਅੱਜ ਸਰਸੋਂ ਦਾ। ਉਹ ਯਾਰ ਅੱਜ ਵੀ ਬਣਦਾ ਵਾ। ਕੋਈ ਵੀ ਹਾਂਡੀ ਅਸਲੀ ਤੂੰ ਖਾਣੀ ਹੈ ਨਾ, ਮਸਾਲਿਆਂ ਦਾ ਆਰਡਰ ਦੇ। ਯਾਰ ਤੇ ਸਾਗ ਡਰ ਉਹਨਾਂ ਨੇ ਕਿਹਾ 4 ਸੀੜੀਆਂ ਭੇਜਾਂਗਾ। ਅੱਛਾ ਉਸਤਾਦ ਜੀ, ਲੇਕਿਨ ਜਿਹੜੀ ਉਹ ਸਬਜ਼ੀਆਂ ਦੇ ਵਿੱਚ ਨੈਚੁਰਲ ਦੇਸੀ ਘਿਓ, ਅੱਜ ਦੇਸੀ ਘਿਓ ਨੈਚੁਰਲ ਲੱਭਦਾ? ਹਾਂਜੀ ਹਾਂਜੀ ਲੱਭਦਾ। ਯਾਰ ਵੇਖਣਾ ਲੱਭਦਾ ਘਰਾਂ ਦੇ ਵਿੱਚ ਆਪ ਕੱਢ ਲੈਂਦੇ। ਝੂਠਿਆਂ ਕਰਨ ਲਈ ਉਸਤਾਦ ਜੀ ਨੇ ਕਹਿਣਾ ਵਾ। ਦੁੱਧ ਦੇ ਉੱਤੇ ਰੋਜ਼ ਮਲਾਈ ਆਉਂਦੀ, ਹਾਂਜੀ। ਮਲਾਈ ਦਾ ਦੇਸੀ ਘਿਓ ਆਪ ਘਰਾਂ 'ਚ ਬੁੱਢੀਆਂ ਕੱਢਦੀਆਂ ਨੇ। ਹੁਣ ਤੇਰੀ ਬੁੱਢੀ ਨੂੰ ਨਹੀਂ ਜਾਚਦੇ ਦਾ ਮਤਲਬ ਖਤਮ ਹੋ ਗਿਆ। ਨਹੀਂ ਉਹ ਮਲਾਈ ਆਪ ਖਾ ਜਾਂਦੀ। ਨਹੀਂ ਮਲਾਈ ਦੇ ਵਿੱਚੋਂ ਨਿਕਲਦਾ ਦੇਸੀ ਘਿਓ ਨਿਕਲਦਾ ਨਹੀਂ, ਜਦੋਂ ਪੂਰੇ ਘਰ ਦੇ ਵਿੱਚ ਸਮੈਲ ਆਉਂਦੀ ਹੁੰਦੀ ਹੈ। ਸਰ ਉਹ ਜੈਨੂਇਨ ਓਰੀਜਨਲ ਦੇਸੀ ਘਿਓ ਆ ਮਲਾਈ 'ਚ ਭਾਈਜਾਨ ਨਿਕਲਦਾ। ਦੁੱਧ ਅੱਜ ਕੱਲ ਕਰੀਮਲੈਸ ਦੁੱਧ ਆ ਨਹੀਂ ਵਾ। ਭੈਣ ਨਹੀਂ, ਕਿਤੋਂ ਸਹੀ ਮਿਲਦਾ। ਸਹੀ ਵੀ ਮਿਲ ਜਾਂਦਾ। ਮੈਂ ਤੁਹਾਨੂੰ ਦੱਸਣਾ, ਚਾਹ ਵਾਲੇ ਕੀ ਕਰਦੇ, ਚਾਹ ਦੇ ਹੋਟਲ ਵਾਲੇ ਯਾਰ ਤੂੰ ਇਹ ਮਿਸਾਲ ਚਾਹ ਵਾਲੀ ਨਾ ਦੇ। ਤੂੰ ਕਹਿ ਰਿਹਾ ਕਿ ਟੋਟਲੀ ਖਤਮ ਹੋ ਗਿਆ ਵਾ। ਹਾਂਜੀ ਖਤਮ ਹੋ ਨਹੀਂ ਗਿਆ। ਖਤਮ ਹੋ ਗਿਆ, ਨਹੀਂ ਹੋਇਆ। ਉਹ ਯਾਰ ਤੁਸੀਂ ਮਸਾਲੇ ਲੈਂਦੇ ਨੇ। ਓਏ ਜਿਸ ਦੌਰ 'ਚ ਤੂੰ ਦੇਸੀ ਘਿਓ ਦੀ ਗੱਲ ਕਰਦਾ ਨਾ, ਉਸ ਦੌਰ 'ਚ ਵੀ 2 ਨੰਬਰ ਦੇਸੀ ਘਿਓ ਹੁੰਦਾ ਸੀ ਤੇ 1 ਨੰਬਰ ਵੀ ਹੁੰਦਾ ਸੀ। ਅੱਜ ਵੀ 2 ਨੰਬਰ ਵੀ ਹੈਗਾ, 1 ਨੰਬਰ ਵੀ ਹੈਗਾ। ਯਾਰ ਗੱਲ ਕਰਨ ਨੇ। ਲੇਕਿਨ ਲੋਕਾਂ ਦੇ ਪਿੰਡੇ ਤਿੜਕਦੇ ਹੁੰਦੇ ਸਨ ਮਿਹਨਤਾਂ ਕਰ ਕਰਕੇ। ਓ ਯਾਰ ਉਹਦੀ ਵਜ੍ਹਾ ਹੋਰ ਆ, ਇਹ ਏਸੀ ਠੀਕ ਆ, ਤੁਹਾਡਾ ਮੋਬਾਈਲ 24 ਘੰਟੇ ਨਜ਼ਰ 'ਚ ਮਤਲਬ ਇੰਜ ਕਰਕੇ ਦੇਖਣਾ। ਉਸਤਾਦ ਆਇਆ ਤੇ ਨਾਲ ਹੀ ਇੰਜ ਕਰ ਲੈਣਾ, ਤੇ ਉਸ ਤੋਂ ਬਾਅਦ ਇੰਜ ਮਤਲਬ 90% ਜ਼ਿੰਦਗੀ ਜਿਹੜੀ ਉਹ ਮੈਸੇजेस ਦੇ ਵਿੱਚ ਆ। ਬਾਕੀ 10% ਜੋ 5% ਘਰ ਤੇ 5% ਦਫ਼ਤਰ। ਬਾਕੀ 90% ਤੇ ਤੁਹਾਡੀ ਜਿਹੜੀ ਇਨਵੋਲਵਮੈਂਟ ਦੇਖ ਕੇ ਬੰਦਾ ਪਰੇਸ਼ਾਨ ਹੋ ਜਾਂਦਾ ਕਿ ਯਾਰ ਇੰਨੀ ਇਨਵੋਲਵਮੈਂਟ ਕਿ ਕਿਤੇ ਵੀ ਨਹੀਂ ਮੌਕਾ ਜਾਣ ਦੇ ਰਿਹਾ। ਇਹ ਬਰਬਾਦੀ ਹੈ। ਤੇ ਸਹੀ ਦਾ ਅੰਜਾਮ ਕੀ ਹੋਏਗਾ?
ਅੰਜਾਮ ਨੱਕ ਲੰਮੇ। ਫਿਰ ਵੀ ਜਿਹੜੇ ਇੰਜ ਕਰਦੇ ਨੇ ਉਹਨਾਂ ਦਾ ਨੱਕ ਕੀ ਲੰਮੇ, ਅੰਜਾਮ ਮੂੰਹ ਹੋਏਗਾ? ਵੱਡੇ, ਕੁਛ ਵੀ ਵਾਲ ਨਹੀਂ। ਛੋਟੇ। ਮਸਲਨ ਕੁਛ ਵੀ ਨਹੀਂ, ਆਪਣਾ ਵੀ ਘਰ ਖਰਾਬ, ਅਗਲੇ ਦਾ ਵੀ ਘਰ ਖਰਾਬ, ਇਹ ਕੁਛ ਤੇ ਹੋਣਾ ਕੱਖ ਵੀ ਨਹੀਂ। ਜਾਣਾ ਉਹਨੇ ਉੱਥੇ ਹੀ ਹੈ ਜਿੱਥੇ ਉਹਨੇ ਜਾਣਾ, ਇਹਨੇ ਛੱਡ ਕੇ ਅਗਲੇ ਪਾਸੇ, ਉਹਨੇ ਅਗਲੇ ਪਾਸੇ, ਕੱਖ ਵੀ ਅੱਛਾ ਨਹੀਂ। ਇਹੋ ਜਿਹੇ ਬੰਦੇ ਨਾ ਉਸਤਾਦ ਜੀ ਪ੍ਰੀਤ, ਇਹੋ ਜਿਹੇ ਬੰਦੇ ਕੁਲੀ ਦਾ ਸਮਾਨ ਸਮੇਤ ਹੀ ਬਾਲਾ ਕਰ ਦਿੰਦੇ, ਕੁਲੀ ਵੀ ਚੁੱਕ ਦਿੰਦੇ। ਅੱਜ ਵੀ ਖਾਲਸ ਚੀਜ਼ਾਂ ਹੈਗੀਆਂ ਨੇ, ਅੱਜ ਵੀ ਖਾਲਸ ਦੁੱਧ ਮਿਲਦਾ ਵਾ, ਅੱਜ ਵੀ ਖਾਲਸ ਦੇਸੀ ਘਿਓ ਮਿਲਦਾ, ਅੱਜ ਵੀ ਖਾਲਸ ਮਿਰਚਾਂ ਮਸਾਲਾ ਜਾਤ ਮਿਲਦੀਆਂ। ਮੈਂ ਤੁਹਾਨੂੰ ਦਿਖਾ ਸਕਦਾ। ਤੇ ਜਿੱਧਰ ਵੀ ਰਹਿੰਦਾ ਉਧਰ ਨਹੀਂ ਮਿਲਦੀਆਂ, ਉਧਰ ਤੇ ਰਹਿੰਦੇ ਸਾਰੇ ਡਾਕੂ ਡੂਕੂ। ਹਾਂਜੀ, ਇਹ ਗੱਲ ਗਲਤ ਆ ਕਿ ਉਸ ਦੌਰ 'ਚ ਜੀ 100% ਖਾਲਸ ਹੀ ਹੁੰਦਾ ਸੀ। ਉਦੋਂ ਵੀ ਬੜੇ ਬੜੇ ਗੇੜੇ ਹੋਏ ਨੇ, ਉਹ ਯਾਰ ਨਹੀਂ। ਉਦੋਂ ਵੀ ਜੇਬ ਕਤਰੇ ਹੁੰਦੇ ਸੀ, ਉਦੋਂ ਵੀ ਚੋਰੀਆਂ ਡਕੈਤੀਆਂ ਹੁੰਦੀਆਂ ਸੀ, ਰੇਸ਼ੋ ਘਟ ਗਈ ਵੱਧ ਗਈ। ਜਿਹੜੀ ਤੂੰ ਗੱਲ ਕਰ ਰਿਹਾ ਨਾ ਕਿ ਸਿਹਤਾਂ ਠੀਕ ਆ, ਤੁਸੀਂ ਤੁਹਾਡੇ ਅੱਜ ਬੱਚਾ ਪੈਦਾ ਹੁੰਦਾ ਵਾ, ਤੁਸੀਂ ਉਹਨੂੰ ਉਹਦੀ ਪਰਵਰਿਸ਼ ਉਸ ਹਿਸਾਬ ਨਾਲ ਕਰਦੇ ਹੋ, ਉਹਨੂੰ ਮੋਬਾਈਲ ਨਾਲ ਲਾਗੇ ਲਵਾਓ, ਉਹਨੂੰ ਐਕਸਰਸਾਈਜ਼ ਸ਼ੁਰੂ ਕਰਾ ਦਿਓ, ਉਹਨੂੰ ਮਾਂ ਦੁੱਧ ਪਿਆਵੇ, ਉਹਨੂੰ 2 ਸਾਲ 1.5 ਸਾਲ 2 ਸਾਲ। ਸਭ ਤੋਂ ਪਹਿਲੇ ਤੇ ਬੇੜਾ ਕਰਕੇ ਇਹ ਹੋ ਰਿਹਾ ਕਿ ਭਾਈ ਬੱਚਾ ਪੈਦਾ ਹੁੰਦਾ ਵਾ ਤੇ ਡੱਬੇ ਦੇ ਦੁੱਧ ਤੇ ਲੱਗ ਜਾਂਦਾ, ਇਸ ਤਰ੍ਹਾਂ ਹੀ। ਤੇ ਮਾਂ ਦਾ ਦੁੱਧ ਉਹਨੂੰ ਨਸੀਬ ਨਹੀਂ ਹੁੰਦਾ, ਤੇ ਉਹਦੇ ਤਿੜਕਣਾ ਹੀ ਆ ਜਿਸਮ। ਉਹਨੇ ਜਦੋਂ 12 14 15 ਸਾਲ ਦਾ ਹੋਣਾ, ਉਹਨੂੰ ਦਵਾਈਆਂ ਤੇ ਲੱਗ ਜਾਣਾ, ਉਹਦੇ ਉਹ ਪਾਵਰ ਨਹੀਂ ਹੁੰਦੀ। ਇਹ ਅਸੀਂ ਜਿਹੜਾ ਤੁਰ ਫਿਰ ਰਹੇ ਨਾ, ਜਿਹੜੇ ਇਹ ਮਾਂ ਦੇ ਦੁੱਧ ਦਾ ਅਸਰ ਆ। ਤੇ ਫਿਰ ਇਸ ਗੱਲ ਨੂੰ ਮੰਨਦੇ ਕੋਈ ਪਹਿਲਾ ਜਿਹੜਾ ਨੈਚੁਰਲ ਕੰਮ ਸੀ ਨਾ, ਅੱਜ ਨਹੀਂ ਹੈ ਆ, ਮਾਂ ਆਪਣਾ ਦੁੱਧ ਪਿਆਵੇ, ਲੇਕਿਨ 70% ਤੇ ਅੱਜ ਕੱਲ ਕਹਿੰਦੇ ਨਹੀਂ ਜੀ ਹਮਨੇ ਨਹੀਂ, ਇਹ ਉਹ ਚਾਹੁੰਦੇ ਨਹੀਂ, ਮਾਵਾਂ ਹੀ ਨਹੀਂ ਚਾਹੁੰਦੀਆਂ। ਸਰ ਠੀਕ ਹੈ ਇੱਕ ਜੀ। ਗੱਲ ਤਾਂ ਸੁਣੋ ਨਾ ਮੇਰੀ, ਕਿ ਜਿਹੜੀ ਤੁਸੀਂ ਗੱਲ ਕਰਨ ਦੇ, ਸਭ ਤੋਂ ਪਹਿਲਾਂ এনवायरमेंट, ਸਭ ਤੋਂ ਪਹਿਲਾਂ ਉਹਨਾਂ ਫਸਲਾਂ ਦੀ, ਖੇਤਾਂ ਦੀ ਜਿਹੜੀ ਹਰਿਆਲੀ, ਉਹਦੇ ਚੋਂ ਜਿਹੜੀ ਹਵਾ ਲੰਘ ਕੇ ਆਣੀ, ਉਹ ਅੱਜ ਵੀ ਆਉਂਦੀ ਆ, ਅੱਜ ਵੀ ਆਉਂਦੀ ਉਹੀ ਉਸਤਾਦ ਜੀ, ਵਾਹ, ਤੁਹਾਡਾ ਉਹੀ ਇੱਕ ਖੇਤ। ਮਿੰਟ ਆ ਮੇਰਾ ਸਿਰ ਬਣਿਆ, ਮੇਰੀ ਮਾਂ ਨੇ ਸਿਰ ਬਣਾਇਆ, ਤੁਹਾਡਾ ਸਿਰ ਓਏ ਬਣਾਇਆ। ਯਾਰ, ਤੇ ਇਹਦੇ ਚ ਇੱਕ ਮਿੰਟ, ਦੌਰ ਉਹਦੀ ਮਾਂ ਨੇ ਉਹਦੇ ਯਾਰ ਵੇਖ ਕੇ ਕੀ ਮੂੰਹ ਜਾਹਲ ਆ ਯਾਰ, ਕੀ ਜਾਹਲ ਆ। ਮੇਰੀ ਕੀ ਯਾਰ ਨਾਜ਼ਰੀਨ, ਜਾਹਲੀਅਤ ਆ ਯਾਰ। ਮੈਂ ਕਹਿ ਰਿਹਾ ਦੌਰ ਉਹੀ ਆ, ਤੁਸੀਂ ਬਦਲ ਗਏ ਹੋ। ਤੂੰ ਆਪਣੇ ਆਪ ਨੂੰ ਠੀਕ ਕਰ ਲੈ, ਦੌਰ ਆ ਜਾਏਗਾ। ਤੂੰ ਇਹ ਕਿੱਦਾਂ ਕਹਿ ਰਿਹਾ ਉਹ ਚਲਾ ਗਿਆ, ਉਹ ਉਹੀ ਦੌਰ ਸੀ, ਹੁਣ ਨਹੀਂ ਆਉਣਾ। ਚਲਾ ਨਹੀਂ, 2 ਕੰਮ ਕਰ ਤੂੰ, 2 ਗੱਲਾਂ ਕਰ ਰਿਹਾ, ਤੈਨੂੰ ਆਪ ਨੂੰ ਨਹੀਂ ਸਮਝ ਆ ਰਹੀ। ਇੱਕ ਤੂੰ ਦਲੀਲ ਦੇ ਦੇ ਕੁਦਰਤੀ ਚੀਜ਼ਾਂ ਦੀ ਕਿ ਖੇਤਾਂ 'ਚੋਂ ਹਵਾ ਆਉਂਦੀ ਸੀ, ਇੱਕ ਤੂੰ ਗੱਲ ਕਰ ਰਿਹਾ ਕਿ ਆ ਮਾਂ ਦਾ ਸਿਰ, ਇਹ ਇਨਸਾਨ ਨੇ ਬਣਾਉਣਾ, ਅੱਜ ਦੀ ਮਾਂ ਨਹੀਂ ਬਣਾਉਂਦੀ, ਇਨਸਾਨ ਦਾ ਕਸੂਰ ਆ। ਉਹ ਜਿਹੜੀ ਕੁਦਰਤੀ ਚੀਜ਼ ਆ ਖੇਤਾਂ 'ਚ ਹਵਾ, ਉਹ ਅੱਜ ਵੀ ਆ ਰਹੀ ਆ। ਹੁਣੇ ਬਾਹਰ ਬਾਰਿਸ਼ ਹੋਈ ਹੈ, ਤੌਬਾ ਕਰਾਤੀ ਬਾਰਿਸ਼ ਨੇ। ਇਹ ਅੱਜ ਤੋਂ 1000 ਸਾਲ ਪਹਿਲੇ ਵੀ ਬਾਰਿਸ਼ ਇਦਾਂ ਹੀ ਹੁੰਦੀ ਸੀ। ਇਹ ਨੇਚਰ, ਫਿਤਰਤ ਨਹੀਂ ਬਦਲ ਰਹੀ ਦੁਨੀਆ ਦੀ। ਸਰ ਅਸੀਂ ਗਲਤ ਹੋ ਗਏ ਆ, ਅਸੀਂ ਖਰਾਬ ਹੋ ਗਏ ਆ। ਹੁਣ ਮਾਂ ਦੇ ਦੁੱਧ ਦੀ ਮੈਂ ਗੱਲ ਕੀਤੀ, ਕਿਉਂ ਭਾਵੇਂ ਜਿਸ ਮਾਂ ਨੇ 버ਗਰ ਖਾਣਾ, ਜਿਸ ਮਾਂ ਨੇ ਬੱਚੇ ਨੂੰ ਦੁੱਧ ਪਿਉਣਾ, ਤੇ ਉਹਨੇ ਅਸਲ 'ਚ ਜਦੋਂ ਮਾਂ ਬੱਚੇ ਨੂੰ ਦੁੱਧ ਪਿਆਉਂਦੀ ਹੈ ਨਾ, ਉਹਨੇ ਜਿਹੜੀ ਖੁਰਾਕ ਖਾਣੀ ਉਹਨੇ ਉਹ ਬੱਚੇ ਨੂੰ ਲੱਗਣੀ। ਮਾਂ ਨੇ ਠੰਡੀ ਬੋਤਲ ਪੀ ਲੈਣੀ, ਬੱਚੇ ਦਾ ਬੇੜਾ ਗਰਕ ਹੋ ਗਿਆ। ਮਾਂ ਨੇ ਉਥੋਂ ਪੀਜ਼ਾ ਮੰਗਾ ਲਿਆ, ਚੀਜ਼ ਖਾ ਲਈ, ਬੱਚੇ ਦਾ ਬੇੜਾ ਗਰਕ ਹੋ ਗਿਆ। ਅੱਜ ਵੀ ਤੁਸੀਂ ਬੱਚਾ ਪੈਦਾ ਹੁੰਦਾ ਵਾ, ਤੁਸੀਂ ਉਸ ਬੱਚੀ ਨੂੰ, ਜਿਹੜੀ ਉਹਦੀ ਮਾਂ ਵਾ, ਤੁਸੀਂ ਉਹਦੀ ਖੁਰਾਕ ਠੀਕ ਕਰਦੇ ਹੋ, ਤੁਹਾਡਾ ਬੱਚਾ ਵੇਖਣਾ ਕਿੱਦਾਂ ਉਹੀ ਕੁਛ ਆ। ਅਸੀਂ ਬਦਲ ਗਏ ਆ, ਦੌਰ ਨਹੀਂ ਬਦਲਿਆ, ਅਸੀਂ ਬਦਲ ਗਏ। ਇਹ 2 ਚੀਜ਼ਾਂ ਨੇ, ਇੱਕ ਕੁਦਰਤੀ ਟਾਂਗੇ ਸੀ, ਅੱਜ ਵੀ ਸ਼ਾਇਦ ਚੱਲਦੇ ਹੋਣਗੇ ਕਿਤੇ ਪਿੰਡਾਂ 'ਚ, ਲੇਕਿਨ ਇੱਕ ਦੌਰ ਸੀ ਇੱਥੋਂ ਹੀ ਟਾਂਗੇ ਲੰਘਦੇ ਸੀ, ਸਾਰੀ ਦੁਨੀਆ ਆਉਂਦੀ ਟਾਂਗਿਆਂ ਜਾਂਦਿਆਂ ਦੇ। ਉਹ ਆ ਦੌਰ, ਉਹ ਆ ਕਿ ਉਹ ਖਤਮ ਹੋ ਗਿਆ, ਚਿੰਗਚੀ ਆ ਗਏ। ਠੀਕ ਹੈ ਜੀ, ਨਵੀਂ ਚੀਜ਼ ਆ ਗਈ। ਲੇਕਿਨ ਅਗਰ ਤੂੰ ਕਵੇਂ ਨਹੀਂ, ਤੇ ਤੂੰ ਸਵੇਰੇ ਟਾਂਗਾ ਪਾ ਕੇ ਚੱਲ ਜਾ, ਅੱਜ ਵੀ ਚੱਲਦੇ ਕਈਆਂ ਇਲਾਕਿਆਂ ਦੇ। ਮੈਂ ਇਹ ਕਹਿ ਰਿਹਾ, ਦੌਰ ਬਦਲ ਗਿਆ ਨਾ। ਦੌਰ ਬਦਲ ਗਿਆ, ਉਹਦੀ ਬਹੁਤ ਸਾਰੀ ਵਜ੍ਹਾ ਸਾਡੀ ਆਪਣੀ ਵੀ ਆ। ਕੁਦਰਤ ਨੇ ਨਹੀਂ ਬਦਲਿਆ, ਅਸੀਂ ਬਦਲ ਲਿਆ। ਆਪਣੀਆਂ ਫੈਸਿਲਿਟੀਆਂ ਜਿਹੜੀਆਂ ਸਾਨੂੰ ਆ ਗਈਆਂ, ਸਾਨੂੰ ਮਤਲਬ ਇੱਕ PTCL ਹੁੰਦਾ ਸੀ, PTCL ਤੋਂ ਅਸੀਂ ਮੋਬਾਈਲ ਤੇ ਆ ਗਏ, ਮੋਬਾਈਲ ਤੋਂ ਐਂਡਰਾਇਡ ਤੇ ਆ ਗਏ, ਅੱਗੋਂ ਫਲਾਣੇ ਤੇ ਆ ਗਏ। ਉਹ ਇੰਨਾ ਜ਼ਿਆਦਾ ਹੋ ਗਿਆ, ਅਸੀਂ ਬਰਬਾਦ ਹੋ ਗਏ, ਅੱਖਾਂ ਸਾਡੀਆਂ ਫਾਰਗ ਹੋ ਗਈਆਂ, ਉਹਦੇ 'ਚ ਹੀ ਵੜ ਗਏ ਅਸੀਂ। ਠੀਕ ਆ। ਸਾਡੇ ਉਦੋਂ ਮਾਂ ਖਾਂਦੀ ਸੀ ਨਾ ਸ਼ਾਇਦ, ਜਿਹੜੀ ਬੱਚੇ ਨੇ ਹਾਂਜੀ ਇਹ ਸਾਡੀ ਵੀ ਮਾਂ ਜੀ, ਇਹਦੀ ਮਾਂ ਜੀ ਖਾਂਦੀ ਕੁਛ ਨਹੀਂ ਸੀ, ਕਹਿੰਦੀ ਇਹਨੂੰ ਖਵਾਉਣਾ ਪੈਣਾ। ਆ ਸੁਣਦਾ ਸੀ ਤੇਰਾ ਆ ਤੂੰ ਕਹਿੰਦੀ ਮਾਂ ਨੂੰ ਕਹਿੰਦਾ ਸੀ ਨਾ, ਬੇਟਾ ਦੇਸੀ ਘਿਓ ਖਾ ਲਓ, ਨਹੀਂ ਮੈਂ ਨਹੀਂ ਖਾਣਾ, ਇਹ ਉਹਨੂੰ ਲੱਗ ਜਾਣਾ। ਇਸ ਡਰ ਤੋਂ ਇਹਨੂੰ ਨਹੀਂ, ਮੈਂ ਮਾਂ ਜੀ ਨਹੀਂ ਖਾਂਦੇ ਨੇ ਕਸਮ। ਨਹੀਂ ਉਸਤਾਦ ਜੀ, ਵੈਸੇ ਨਾ ਅੱਜ ਕੱਲ ਦਾ ਦੌਰ ਸੱਚੀ ਮੁੱਚੀ ਬੜਾ ਚੇਂਜ। ਇਹੋ ਜੀ ਜਿਸਮ ਲੌਂਗ ਟਾਈਮ ਹੁੰਦੇ ਹਾਂਜੀ, ਨਹੀਂ ਆ ਵੇਖ ਨਾ, ਮੈਂ ਬੜਾ ਐਕਟਿਵ ਇਹ ਵੀ ਲੌਂਗ ਟਾਈਮ, ਐਕਟਿਵ ਮੈਂ ਜਨਮ ਇਹ ਵੀ long time ਹੈ। ਕਿੱਦਾਂ ਬੇਵਕੂਫ। ਲੌਂਗ ਟਾਈਮ ਹੈ ਵੀ। ਹਾਂ ਸਾਜੀ ਇਹ ਬੇਟਾ ਬੌਂਗ ਟਾਈਮ ਆ। ਤੇ ਆ ਫਰੀਦ ਉਹ ਡੱਬੇ ਵਾਲਾ ਦੁੱਧ ਗਰਮ ਕਰਕੇ ਉਹਨੂੰ ਜਾਗ ਲਾਈ ਆ, ਉਹਨੂੰ ਭੁਲਾ ਲਾਈ ਦੀ ਦੱਸ। ਯਾਰ ਉਹਨੂੰ ਲਾਈ ਦੀ, ਉਹਨੂੰ ਡੱਬੇ ਵਾਲਾ ਦੁੱਧ ਪੀਂਦਾ ਰਿਹਾ, ਤੇ ਡੱਬੇ ਨੂੰ ਕਹਿਣ ਡਿਆ ਮੇਰੀ ਮਮਤਾ ਆ। ਡੱਬੇ ਵਾਲਾ ਦੁੱਧ ਪੀਂਦਾ ਸੀ ਤੇ ਡੱਬਾ ਇਹਦਾ ਪਟਾਕਾ ਵਜਾ ਦਿੰਦਾ। ਡੱਬੇ ਵਾਲਾ ਦੁੱਧ ਪੀਂਦੇ ਤੇ ਐਵੇਂ ਕਹੀ ਜਾਵੇ ਇਹ ਚਵਾ ਲਾਂਦੇ ਦੁੱਧ। ਉਹ ਵੀ ਉਸਤਾਦ ਜੀ, ਵੈਸੇ ਮੇਰਾ ਨਾ ਬੜਾ ਦਿਲ ਕਰਦਾ ਮੇਰੀ ਅੰਮੀ ਮੈਨੂੰ ਮਾਰੇ। ਹੈ
ਪਰ ਬੜਾ ਦਿਲ ਕਰਦਾ ਯਾਰ ਅੱਬੂ ਕੋ ਖਾ ਲੈ ਭਰਾ। ਨਹੀਂ ਅੱਬੂ ਤੇ ਫੌਤ ਹੋ ਗਏ ਯਾਰ, ਅੱਬੂ ਨੇ ਤਾਂ ਬੜਾ ਕੁੱਟਿਆ, ਆਖਰੀ ਦਮ ਤੱਕ ਮੈਨੂੰ ਕੁੱਟਿਆ ਉਹਨਾਂ ਨੇ। ਹਾਂ ਤੇ ਉਹ ਲਓ ਜੀ, ਉਹ ਕਹਿੰਦਾ ਸੀ ਕਿਸੇ ਸ਼ੋਅ 'ਚ ਕਹਿੰਦਾ ਜੀ ਮੈਂ ਆਪਣੇ ਦਾ ਬੜਾ ਲਾਡਲਾ ਸਾਂ, ਮੇਰੇ ਪਿੰਡ ਕਿਹਾ ਐਂਕਰ 'ਚ, ਲਾਡਲਾ। ਹੁਣ ਅੱਬਾ ਕੁੱਟਦਾ ਵੀ ਆ। ਅੱਬੂ ਮਾਰਦੇ ਸਨ ਮੈਨੂੰ ਸਾਡੀ। ਯਾਰ ਇਹ ਵਾਹਦ ਬੰਦਾ ਵਾ ਜਿਹਦਾ ਉਹ ਕਹਿੰਦੇ ਨੇ ਕਿ ਜੀਂਦਾ ਲੱਖ ਦਾ ਤੇ ਮਰਿਆ 100 ਲੱਖ ਦਾ। ਇਹਦਾ ਅੱਬੂ ਉਹ ਹਿਸਾਬ ਆ ਇਹਦੇ ਲਈ। ਨਾ ਨਾ ਉਹ ਅੱਬੂ ਦੀ ਗੱਲ ਨਹੀਂ ਕਰਨੀ, ਅੱਬੂ ਭਾਈ ਨੇ ਮਨਾ ਕੀਤਾ ਵਾ। ਆਹ ਨਹੀਂ ਲੇਕਿਨ ਮੇਰਾ ਵੈਸੇ ਦਿਲ ਕਰਦਾ ਕਿਉਂਕਿ ਬਚਪਨ ਦੇ ਵਿੱਚ ਨਾ ਫਰੀਦ ਸਾਹਿਬ ਜੇ ਆਲੂ ਟੀਂਡੇ ਪੱਕੇ ਨੇ ਤੇ ਖਾਣੇ ਆ, ਦੁਨੀਆ ਇੱਧਰ ਦੀ ਇੱਧਰ ਹੋ ਜਾਂਦੀ, ਜਿੰਨੇ ਮਰਜ਼ੀ ਨਖਰੇ ਕਰ ਲਓ। ਤੇ ਅੱਜ ਕੱਲ ਫੈਸਿਲਿਟੀਆਂ ਅਸੀਂ ਦਿੱਤੀਆਂ ਨੇ, 버ਗਰ ਮੰਗਾ ਲਓ। ਉਹੀ ਕਹਿ ਰਹੇ ਨਾ ਭੈਣ ਕਿ ਅੱਛਾ ਹੁਣ ਤੁਸੀਂ ਗੱਲ ਕਰ ਰਹੇ ਹੋ, ਜਿਸ ਦੌਰ ਦੀ ਤੁਸੀਂ ਗੱਲ ਕਰ ਰਹੇ ਹੋ, ਜਿਸ ਦੌਰ ਦੀ ਤੁਸੀਂ ਗੱਲ ਕਰ ਰਹੇ ਹੋ, ਅੱਜ ਤੋਂ 30 40 50 60 ਸਾਲ 70 ਸਾਲ ਪਹਿਲੇ ਦੀ ਕਰ ਰਹੇ ਹੋ ਗੱਲ। ਉਸ ਦੌਰ ਦੇ ਵਿੱਚ ਅਗਰ ਕੋਈ ਬਾਬਾ ਹੁੰਦਾ ਸੀ 80 ਸਾਲ ਦਾ, ਤੇ ਉਹ ਜਿਹੜਾ ਆਪਣਾ ਦੱਸਦਾ ਸੀ ਉਹਦੇ ਨਾਲੋਂ ਵੀ ਹੋਰ ਹਿਸਾਬ ਹੁੰਦਾ ਸੀ। ਯਾਨੀ ਉਸ ਤੋਂ ਪਹਿਲੇ ਚੱਲ ਜਾਓ, ਉਸ ਤੋਂ ਵੀ ਪਹਿਲੇ ਚਲੇ ਜਾਓ, ਉਸ ਤੋਂ ਵੀ ਪਹਿਲੇ ਚਲੇ ਜਾਓ। ਦੁੱਧ 'ਚ ਪਾਣੀ ਤੇ 1400 ਸਾਲ ਪਹਿਲੇ ਦੀਆਂ ਹਦੀਸਾਂ ਪੜ੍ਹ, ਗੱਲਾਂ ਪੜ੍ਹ, ਰਿਵਾਇਤਾਂ ਪੜ੍ਹ, ਮਿਲਾਵਟ ਦੇ ਬਾਰੇ 'ਚ ਕਿਉਂ, ਅਗਰ ਉਦੋਂ ਕਿਉਂ ਕਿਹਾ ਕਿ ਮਿਲਾਵਟ ਕਰਨ ਵਾਲਾ ਜਿਹੜਾ ਉਹਦੀ ਆਹ ਸਜ਼ਾ ਹੋਏਗੀ, ਇਹਦਾ ਮਤਲਬ ਉਦੋਂ ਕਰਦੇ ਸੀ। ਸਮਝ ਆ ਰਹੀ ਗੱਲ ਦੀ? ਫਿਰ ਬਦਕਾਰੀਆਂ ਦੀਆਂ ਇਹ ਉਸ ਤੋਂ ਵੀ ਪਹਿਲੇ ਦੀਆਂ ਚੱਲੀਆਂ ਆ ਰਹੀਆਂ ਨੇ। ਹੁਣ ਇਹ ਹੋਇਆ ਹਾਂਜੀ, ਇਹ ਨਹੀਂ ਹੈਗਾ ਵੀ ਉਦੋਂ ਫਰਿਸ਼ਤਾ ਸਿਫਤ ਸੀ ਹਰ ਬੰਦਾ ਮੁਨਾਫਕਤ ਉਦੋਂ ਸੀ, ਝੂਠੇ ਉਦੋਂ ਸੀ, ਮਕਾਰ ਉਦੋਂ ਸੀ, ਅੱਛੇ ਬੰਦੇ ਉਦੋਂ ਸੀ, ਕਿਸੇ ਨਾਲ ਮਦਦ ਕਰਨ ਵਾਲੇ ਵੀ ਉਦੋਂ ਸੀ, ਕਿਸੇ ਤੇ ਚੋਰੀ ਕਰਨ ਵਾਲੇ ਵੀ ਉਦੋਂ। ਹਰ ਦੌਰ 'ਚ ਹਰ ਨੇਚਰ ਨਹੀਂ ਚੇਂਜ ਹੋਈ। ਮੈਂ ਸਾਊਦੀ ਅਰਬ ਗਿਆ ਨਾ ਉਮਰਾ ਕਰਨ, ਤੇ ਮੈਂ ਉੱਥੇ ਖਲੋ ਕੇ ਹਿਸਾਬ ਲਾ ਰਿਹਾ। ਉਹ ਇੱਕ ਜਿਹੜਾ ਇਨਵਾਇਰਮੈਂਟ ਸੀ ਨਾ, ਇੱਕ ਬਿਲਡਿੰਗ ਸਾਰਾ, ਤੇ ਬੰਦੇ ਫਿਰ ਰਹੇ ਨੇ, ਤੇ ਮੈਂ ਉੱਥੇ ਖਲੋਤੇ ਨਾ, ਤੈਨੂੰ ਮੈਂ ਦੱਸਦਾ ਕਿ ਮੈਂ ਵਿਜ਼ੂਅਲ ਇੱਕ ਹਿਸਾਬ ਲਾ ਰਿਹਾ ਕਿ ਉਸਤਾਦ ਜੀ ਅੱਜ ਤੋਂ 1000 ਸਾਲ ਪਹਿਲੇ, 1400 ਸਾਲ ਪਹਿਲੇ, 2000 ਸਾਲ ਪਹਿਲੇ ਇਹ ਮਦੀਨਾ ਮੱਕਾ ਇੱਕ ਮਿਸਾਲ ਆ। ਇਹ ਕੀ ਹੋਏਗਾ, ਇਹ ਕੰਧਾਂ ਇੱਦਾਂ ਨਹੀਂ ਹੋਣਗੀਆਂ, ਇਹਦੀ ਜਗ੍ਹਾ 'ਤੇ ਮਿੱਟੀ ਦੀਆਂ ਹੋਣਗੀਆਂ। ਇਹ ਸੜਕ ਨਹੀਂ ਹੋਏਗੀ, ਇਹਦੀ ਜਗ੍ਹਾ 'ਤੇ ਕੱਚਾ ਰਸਤਾ ਹੋਏਗਾ। ਠੀਕ ਹੈ ਜੀ। ਇਹ ਗੱਡੀਆਂ ਨਹੀਂ ਹੋਣਗੀਆਂ, ਇਹਨਾਂ ਦੀ ਜਗ੍ਹਾ 'ਤੇ ਊਂਟ ਤੇ ਘੋੜੇ ਹੋਣਗੇ। ਸਮਝ ਆ ਰਹੀ? ਇਹ ਗਲੀਆਂ ਇੱਦਾਂ ਹੀ ਹੋਣਗੀਆਂ, ਗਲੀਆਂ ਇੰਝ ਨਿਕਲ ਕੇ ਘਰ ਆ ਗਿਆ। ਇਹ ਬਿਲਡਿੰਗਾਂ ਹੋਟਲ ਨੇ, ਇਹਨਾਂ ਦੀ ਜਗ੍ਹਾ ਘਰ ਹੋਏਗਾ। ਇੱਕ ਮਿਸਾਲ ਜਦੋਂ 1400 ਸਾਲ ਪਹਿਲੇ ਲਾ ਲਓ ਤੁਸੀਂ, ਕਿ ਠੀਕ ਹੈ ਨਾ, ਸਾਰਾ ਕੁਝ ਹੋਏਗਾ। ਅੱਛਾ ਅੱਜ ਅਸੀਂ ਉੱਥੋਂ ਉਹ ਫਲਾਣਾ ਖਾ ਰਹੇ ਹੋ ਜਿਹੜਾ ਉਹ ਉੱਥੋਂ ਮਿਲਦਾ ਕੁਬਸ, ਜਾਂ ਉਹ ਜਿਹੜਾ ਚੌਲ ਤੇ ਉਹ ਕਬਸਾ, ਹਾਂ ਉਹ ਮਿਲਦਾ। ਉਸ ਦੌਰ ਦੇ ਵਿੱਚ ਮਤਲਬ ਕਿ ਤੁਸੀਂ ਕੋਈ ਸਬਜ਼ੀ ਘਰ ਪੱਕਦੀ ਸੀ, ਖਜੂਰਾਂ ਖਾਂਦੇ ਹੋਵੋਗੇ ਤੁਸੀਂ, ਆਪੇ ਜ਼ਮਜ਼ਮ ਪੀਂਦੇ ਹੋਵੋਗੇ, ਕੋਈ ਹੋਰ ਚੀਜ਼, ਯਾਨੀ ਇਹ ਹਰ ਚੀਜ਼ ਚੇਂਜ ਹੋ ਸਕਦੀ। ਲੇਕਿਨ ਇਹ ਜਿਹੜਾ ਇਨਸਾਨ ਫਿਰ ਰਹੇ ਨੇ ਨਾ, ਔਰ ਇਹਨਾਂ ਦੇ ਅੰਦਰ ਜਿਹੜੀ ਨੇਚਰ ਆ, ਜਿਹੜੀ ਇਹ 1400 ਸਾਲ ਪਹਿਲੇ ਵੀ ਉਦਾਂ ਦੀ ਸੀ। ਇਨਵਾਇਰਮੈਂਟ ਚੇਂਜ ਹੋ ਗਿਆ, ਇਨਵਾਇਰਮੈਂਟ ਚੇਂਜ ਹੋ ਗਿਆ। ਠੀਕ ਆ। ਇੱਕ ਵੱਡਾ ਹਸਪਤਾਲ ਆ, ਉਹਦੀ ਜਗ੍ਹਾ ਤੇ ਕੋਈ ਤਬੀਬ ਹੋਏਗਾ, ਹਕੀਮ ਹੋਏਗਾ, ਕੋਈ ਇਸ ਤਰ੍ਹਾਂ ਦਾ। ਲੇਕਿਨ ਜਿਹੜਾ ਇਨਸਾਨ ਫਿਰ ਰਹੇ ਨੇ ਉੱਥੇ, ਅਗਰ 20 ਬੰਦੇ ਮੈਂ ਦੇਖੇ ਨੇ ਫਿਰ ਰਹੇ, 20 ਦੇ ਵਿੱਚੋਂ ਇੱਕ ਮੁਨਾਫਕ ਆ, ਇੱਕ ਨੂੰ ਝੂਠ ਬੋਲਣ ਦੀ ਆਦਤ ਆ, ਇੱਕ ਬਹੁਤ ਅੱਛਾ ਇਨਸਾਨ ਆ, ਇੱਕ ਨਮਾਜ਼ੀ ਆ, ਇੱਕ ਫਲਾਣਾ। ਇਹ ਉਦੋਂ ਵੀ ਉਦਾਂ ਹੀ ਸੀ, ਉਹ ਨਹੀਂ ਚੇਂਜ ਹੋਇਆ। ਅੱਛਾ, ਉਹ ਚੇਂਜ ਨਹੀਂ ਹੋਇਆ। ਹਾਂਜੀ, ਦੌਰ ਚੇਂਜ ਹੋਇਆ, ਦੌਰ ਚੇਂਜ ਹੋ ਗਿਆ, ਇਨਵਾਇਰਮੈਂਟ ਚੇਂਜ ਹੋ ਗਈ, ਲਿਬਾਸ, ਕੰਧਾਂ, ਤੁਹਾਡਾ ਨਿਜ਼ਾਮ ਚੇਂਜ ਹੋ ਗਿਆ। ਮੈਂ ਇਹੋ ਕਹਿਣ ਡਿਆ ਵਾਂ ਕਿ ਇਨਸਾਨ ਨੇ ਪਹਿਲਾਂ ਜੋ ਕੁਝ ਅਬਜ਼ਰਵ ਕੀਤਾ ਸੀ, ਉਹ ਜੋ ਡਾਈਜੈਸਟ ਕਰਦਾ, ਖਾਂਦਾ ਪੀਂਦਾ ਸੀ, ਹੁਣ ਉਹਦੇ ਤੋਂ ਖਾਲਸਪਨ ਖਤਮ ਹੋ ਗਿਆ। ਇਨਸਾਨ ਉਹੀ ਹੈ, ਬੋਡੀ ਉਹੀ ਆ, ਲੇਕਿਨ ਉਹਦੀ ਗਰੋਥ ਉਸ ਤਰ੍ਹਾਂ ਨਹੀਂ ਹੈ। ਉਹ ਅਸੀਂ ਆਪ ਕੀਤੀ ਹੈ, ਅਸੀਂ ਕੀਤੀ ਹੈ, ਠੀਕ ਹੈ। ਵਕਤ ਨੇ ਨਹੀਂ ਕੀਤੀ, ਵਕਤ ਦੇ ਨਾਲ ਨਾਲ ਅਸੀਂ ਕੀਤੀ। ਵਕਤ ਉਹੀ ਚੱਲੀ ਜਾ ਰਿਹਾ। ਹਾਂਜੀ, ਵਕਤ ਦੇ ਨਾਲ ਨਾਲ ਅਸੀਂ ਆਪ ਕਰ ਲਈਏ। ਹਾਂਜੀ, ਠੀਕ ਹੈ ਜੀ। ਜਦੋਂ ਪੈਦਾ ਹੋਇਆ ਨਾ, ਤੇ ਇਹਦੇ ਵਾਲਦ ਸਾਹਿਬ ਤੂੰ ਨਾ ਕਹੀਓ ਜੋ ਮਰਜ਼ੀ ਕਵੇ, ਹਾਂ ਜਾਣ ਲੈ ਲੋ, ਮੈਂ ਤੈਨੂੰ ਦੱਸਦਾ ਹੀ। ਹਾਂ, ਇਹਦੇ ਵਾਲਦ ਸਾਹਿਬ ਨੂੰ ਉਹਨਾਂ ਲਿਆ ਕੇ ਨਰਸ ਨੇ ਕਿਹਾ ਹੈਲੋ ਜੋੜਾ, ਉਹਨੇ ਕਿਹਾ ਉੱਥੇ ਰੱਖ ਦੇ। ਨਹੀਂ ਇਹ ਗੱਲ ਯਾਰ ਨਾ ਯਾਰ, ਪਤਾ ਕੀ ਗੱਲ ਫਰੀਦ ਸਾਹਿਬ, ਚੇਂਜਿੰਗ ਆ ਗਈ ਆ। ਪਹਿਲੇ ਹੈ ਨਾ ਹਾਰਡ ਵਰਕਰ ਸੀਗੇ ਲੋਕ, ਠੀਕ ਹੈ। ਮੈਂ ਥੋੜੀ ਜਿਹੀ ਇਜਾਜ਼ਤ ਕਰਦਾ ਕਿਉਂਕਿ ਮੈਂ ਪੜ੍ਹਿਆ ਜ਼ਿਆਦਾ। ਹਾਰਡ ਵਰਕਰ ਸੀਗੇ ਲੋਕ, ਠੀਕ ਹੈ। ਡੰਡਿਆਂ ਨਾਲ ਲੜਾਈ ਕਰਦੇ ਸੀਗੇ, ਜੇ ਅਗਰ ਜ਼ਿਆਦਾ ਉਹਨਾਂ ਦਾ ਮਸਲਾ ਹੁੰਦਾ ਖੰਜਰ ਕੱਢ ਲੈਂਦੇ ਸੀਗੇ, ਠੀਕ ਹੈ। ਜਦੀਦ ਦੌਰ, ਜੇ ਅਗਰ ਅੱਜ ਕੱਲ੍ਹ ਦਾ ਦੌਰ ਆ, ਠੀਕ ਹੈ, ਜੇ ਕਿਸੇ ਨਾਲ ਲੜਾਈ ਆ ਤੇ ਫੇਸਬੁੱਕ ਤੇ ਆ ਜਾਓ ਕਿ ਇਹ ਮੈਸੇਜ 10 ਲੋਗੋਂ ਕੋ ਫਾਰਵਰਡ ਕਰੋ, ਠੀਕ ਹੈ। ਆਪ ਹੀ ਬੰਦਾ ਡੁੱਬ ਕੇ ਮਰ ਜਾਂਦਾ, ਠੀਕ ਹੈ। ਸਾਡਾ ਸ਼ੋਅ ਵੇਖਦੇ ਕਬੱਡੀ ਦੇ ਪਲੇਅਰ ਸਾਡੇ ਸਾਰੇ, ਪਾਕਿਸਤਾਨ ਟੀਮ ਜਿਹੜੀ ਕਬੱਡੀ, ਇੰਡੀਆ ਦੇ ਜਿਹੜੇ, ਉਹ ਵੀ ਸਾਰੇ ਵੇਖਦੇ ਨੇ। ਹਾਂ, ਇਰਫਾਨ ਮਾਨਾ ਸਾਹਿਬ ਬੜੇ ਸਾਡੇ ਮਦਦਗਾਰ ਕੈਪਟਨ ਵੀ ਕਬੱਡੀ ਟੀਮ ਦੇ, ਉਹਨਾਂ ਨੇ ਇੱਕ ਗੱਲ ਕੀਤੀ। ਉਹਨਾਂ ਨੇ ਕਿਹਾ ਜੀ ਕਿ ਇਨਸਾਨ ਨੇ ਜੇ ਆਪਣੇ ਲਈ ਸਾਰੇ ਦਿਨ 'ਚ ਕੁਝ ਵਕਤ ਆਪਣੇ ਲਈ ਇਹਨਾਂ ਨੇ ਕੱਢਿਆ, ਤੇ ਉਹਨੂੰ ਚਾਹੀਦਾ ਮਰ ਜਾਵੇ ਤੇ ਮਰ ਜਾ ਤੂੰ। ਯਾਨੀ ਐਕਸਰਸਾਈਜ਼ 24 ਘੰਟਿਆਂ ਚੋਂ 19 ਘੰਟੇ ਆਪਣੇ ਲਈ ਕੱਢਦਾ। ਯਾਨੀ ਉਹਨਾਂ ਦੀ ਗੱਲ ਕਰਨ ਦਾ ਮਕਸਦ ਕਿ ਆਪਣੀ ਐਕਸਰਸਾਈਜ਼, ਗੱਲ ਦੇ ਲਫ਼ਜ਼ਾਂ ਦਾ ਇੱਧਰ ਉੱਧਰ ਹੋ ਸਕਦਾ, ਲੇਕਿਨ ਗੱਲ ਉਹਨਾਂ ਦੀ ਐ ਹੀ ਸੀ। ਉਸਤਾਦ ਜੀ ਅੱਜ
ਪਾਕਿਸਤਾਨ ਕੀ ਪੂਰੇ ਬਰੇ ਸਗੀਰ ਚ ਗਾਮਾ ਪਹਿਲਵਾਨ ਅੱਜ ਦੇ ਦੌਰ ਚ ਨਹੀਂ ਪੈਦਾ ਹੋਣਾ। ਠੀਕ ਹੈ। ਅੱਜ ਦੇ ਦੌਰ ਦੇ ਵਿੱਚ ਕੋਈ ਉਹ ਜਾਰਾ ਪਹਿਲਵਾਨ ਨਹੀਂ ਪੈਦਾ ਹੋਣਾ ਜੋ ਹਾਲਾਤ ਚੱਲਣ ਦੇ ਨੇ। ਫਰੀਦ ਮੈਂ ਜੋ ਖੁਰਾਕ ਚ। ਓਏ ਤੁਸੀਂ ਇਸ ਸ਼ਹਿਰ ਦੀ ਗੱਲ ਕਰ ਰਹੇ ਇੰਨੇ ਕੇ ਏਰੀਏ ਦੀ, ਇੰਨੇ ਏਰੀਏ ਦੀ ਤੁਸੀਂ ਬਾਹਰ ਨਿਕਲੋ ਪਿੰਡਾਂ ਥਾਵਾਂ ਦੇ ਵਿੱਚ ਬੜੇ ਬੜੇ ਇਲਾਕੇ ਨੇ ਐਸੇ ਜਿੱਥੇ ਅੱਜ ਵੀ ਐਸੇ ਜਾਨਦਾਰ ਐਸੇ ਮੁਸ਼ੱਕਤ ਵਾਲੇ ਬੰਦੇ ਨੇ। ਤੇਰੀ ਸੋਚ ਹੋਣੀ। ਸਾਈ ਹੁਣ ਮੈਂ 99 ਵਿੱਚ ਜਿਮਨਾਸਟਿਕ ਕਰਦਾ ਸੀਗਾ ਮੈਂ ਮੈਂ 100-150 ਚ ਕਰ ਲੈਂਦਾ ਵਾ। 99 ਚ 1999 ਦੇ ਵਿੱਚ ਮੈਂ ਕਲਾਬਾਜ਼ੀਆਂ ਮਾਰਦਾ ਹੁੰਦਾ ਸੀਗਾ, ਪੁੱਠੀ ਵੀ ਸਿੱਧੀ ਵੀ। ਲੋਕੀ ਇਹਨੂੰ ਕਹਿੰਦੇ ਸੀ ਯਾਰ ਕਲਾਬਾਜ਼ੀਆਂ ਨਾ ਮਾਰ। ਨਹੀਂ ਜੈਨੂਨ ਕਹਿ ਰਿਹਾ। ਵਿੱਚ ਬਾਂਦਰ ਸੇ ਉਹਨੇ ਬਾਂਦਰ ਬੂੰਦਰ ਨਹੀਂ ਗੱਲ ਨਹੀਂ ਹੈ। ਸੀ। ਹੁਣ ਐਵੇਂ ਵਕਤ ਚੇਂਜ ਹੋ ਗਿਆ। ਯਾਰ ਵਕਤ ਉਹੀ ਤੇ ਮੈਂ ਕਹਿ ਰਿਹਾ ਵਾਂ। ਕਲਾਬਾਜ਼ੀਆਂ ਮਾਰ ਯਾਰ ਬੇਵਕੂਫੀ ਹੈ ਕਸਮ। ਨਹੀਂ ਮੈਂ ਕਦੀ ਕਦੀ ਮੇਰਾ ਦਿਲ ਕਰਦਾ ਤੁਸੀਂ ਸਾਰੇ ਨਾ ਸਾਹਮਣੇ ਬੈਠੇ ਹੋਵੋ ਤੇ ਤੁਸੀਂ ਵੀ ਵਿੱਚ ਗੱਲਬਾਤ ਕਰੋ। ਤੁਸੀਂ ਵੀ ਦੱਸੋ ਕਿ ਵੀ ਓਏ ਫਰੀਦ ਸਾਹਿਬ ਆ ਗੱਲ ਗਲਤ ਕਰ ਰਿਹਾ। ਸਰ ਮੈਂ ਡੈਫੀਨੇਟਲੀ ਬਹੁਤ ਸਾਰੀਆਂ ਗੱਲਾਂ 'ਚ ਮੈਂ ਗਲਤ ਹੁੰਨਾ, ਲੇਕਿਨ ਮੈਂ ਇੱਕ ਗੱਲ ਉਹਦੇ ਇੰਪੈਕਟ ਦੱਸ ਰਿਹਾ ਕਿ ਅਸੀਂ ਜਦੋਂ ਇਨਸਾਨ ਨੇ ਚੇਂਜ ਕੀਤਾ ਆਪਣਾ ਆਪ, ਅਸੀਂ ਉਹਨਾਂ ਲੋਕਾਂ ਤੋਂ ਮਹਿਰੂਮ। ਮੈਂ ਜਾਰੇ ਭਲਵਾਨ ਦੀ ਇੱਕ ਮਿਸਾਲ ਦਿੱਤੀ ਏ। ਅੱਜ ਦੇ ਦੌਰ 'ਚ ਖੁਰਾਕਾਂ ਦੇ ਸਿਸਟਮ ਨੇ ਤੇ ਜਾਰਾ ਇੱਕ ਸਿਰਫ ਨਜ਼ਰ ਆਇਆ ਲੋਕਾਂ ਨੂੰ, ਕਈ ਜਾਰੇ ਉਸ ਵਕਤ ਦੇ ਵਿੱਚ ਜਿਹੜੇ ਪਿੰਡਾਂ ਥਾਵਾਂ 'ਚ ਰੁਲਦੇ ਵਿਚਾਰੇ ਮਰ ਗਏ। ਬੜੇ ਬੜੇ ਤਕੜੇ। ਅੱਜ ਮੁਸ਼ਰਫ ਜਵੇਦ ਜੰਜੋਵਾ ਇੱਕ ਨਾਮ ਆ, ਲਾਲਾ ਬੈਦੁੱਲਾ ਇੱਕ ਨਾਮ ਆ। ਉਹਨਾਂ ਨੇ ਸੰਭਾਲਿਆ ਨਾ ਆਪਣੇ ਆਪ ਨੂੰ। ਹਾਂਜੀ ਉਹਨਾਂ ਨੇ ਖੁਰਾਕਾਂ ਉਹ ਖਾਂਦੇ ਨੇ। ਹਾਂਜੀ ਠੀਕ ਹੈ ਨਾ। ਇਹੀ ਤੇ ਤੈਨੂੰ ਕਹਿ ਰਿਹਾ ਕਿ ਅਸੀਂ ਖਰਾਬ ਕੀਤਾ ਵਾ। ਅਸੀਂ ਖਰਾਬ ਕੀਤਾ ਆਪਣੇ ਆਪ ਨੂੰ। ਤੁਸੀਂ ਅੱਜ ਤੂੰ ਅੱਜ ਤੋਂ ਸੋਚ ਲਾ, ਅੱਜ ਤੋਂ ਹੁਣੇ ਤੋਂ ਮੈਂ ਪੈਪਸੀ ਨਹੀਂ ਪੀਣੀ, ਮੈਂ ਚੌਲ ਨਹੀਂ ਖਾਣੇ, ਮੈਂ ਦਹੀਂ ਭੱਲੇ ਨਹੀਂ ਖਾਣੇ, ਮੈਂ ਬਾਦੀ ਚੀਜ਼ਾਂ ਨਹੀਂ ਖਾਣੀਆਂ, ਮੈਂ ਠੰਡਾ ਯਖ ਪਾਣੀ ਨਹੀਂ ਪੀਣਾ। ਠੀਕ ਆ ਜੀ। ਮੈਂ ਗਰਮ ਪਾਣੀ ਨਾਲ ਸਰਦੀਆਂ 'ਚ ਨਹਾਉਣਾ ਨਹੀਂ, ਤਾਜ਼ੇ ਪਾਣੀ ਨਾਲ ਨਹਾਉਣਾ। ਮੈਂ 8-9 ਵਜੇ ਸੌਂ ਜਾਣਾ। ਮੈਂ ਸਵੇਰ 4, 4:30, 5 ਵਜੇ ਉੱਠ ਕੇ ਐਕਸਰਸਾਈਜ਼ ਕਰਨੀ ਹੈ। ਸ਼ਾਮ ਨੂੰ ਮੈਂ ਫਿਰ ਐਕਸਰਸਾਈਜ਼ ਕਰਨੀ ਆ। ਮੈਂ ਜਨਾਬ ਖੁਰਾਕ ਆਪਣੀ ਘਰ ਦਾ ਪੱਕੀ ਹਰ ਚੀਜ਼ ਖਾਣੀ। ਤੂੰ 6 ਮਹੀਨੇ ਬਾਅਦ ਤੂੰ ਵੇਖੀ ਤੇਰਾ ਬਣਦਾ ਕੀ ਹੈ। ਤੂੰ ਭੁੱਲ ਜਾਏਗਾ ਕਿ ਉਹ ਦੌਰ। ਤੂੰ ਬਦਲ ਆਪਣੇ ਆਪ ਨੂੰ। ਗੱਲ ਇਹ ਹੈ ਕਿ ਨਹੀਂ ਬਦਲ ਰਹੇ। ਅਸੀਂ ਚੱਲੀ ਜਾ ਰਹੇ ਹਾਂ ਜਿੱਧਰ ਲੈ ਕੇ ਜਾਈ ਜਾ ਰਹੇ ਸੀ। ਆਪਣੀਆਂ ਜ਼ਿੰਦਗੀਆਂ ਦੀ ਸਿਹਤਾਂ ਦੀ ਬਰਬਾਦੀ ਕਰੀ ਜਾ ਰਹੇ। ਤੂੰ ਨਾ ਕਰ। ਤੈਨੂੰ ਜਿੱਡੀ ਅੱਗ ਲੱਗੀ ਤੂੰ ਨਾ ਕਰ। ਸਹੀ ਗੱਲ। ਆਪ ਚਮਚੀ ਦਿੱਤੀ ਯਾਰ ਪਤਾ ਕੀ ਗੱਲ ਉਸਤਾਦ ਜੀ, ਤੁਸੀਂ ਕਹਿੰਦੇ ਹੋ ਨਾ ਕਿ ਸਾਹਮਣੇ ਬਹਿ ਕੇ ਵੇਖਦੇ ਹੋਣ ਆਡੀਅנס। ਹਾਂ ਯਕੀਨ ਕਰੋ, ਹਾਂ ਸਾਡੇ ਸਾਹਮਣੇ ਹੀ ਬੈਠੇ ਆ। ਯਕੀਨ ਕਰ, ਮੇਰੀ ਅੰਮੀ ਹੈ ਨਾ ਸਵੇਰੇ ਟੀ ਟਾਈਮ ਵੇਖਣ ਦੇ ਤੇ ਯਾਰ ਉਹ ਗੱਲਾਂ ਕਰਨ ਦੇ ਆ। ਉਹ ਬਕਾਇਦਾ ਗੱਲਾਂ ਕਰਨ ਦੇ। ਆਹੋ ਕਰਦੇ ਨੇ। ਮੇਰਾ ਵੀ ਇੱਕ ਰਿਸ਼ਤੇਦਾਰ ਸੀ, ਉਹ ਫਿਲਮ ਵੇਖਦਾ ਸੀ ਨਾ। ਉਹ ਫਿਲਮ ਵੇਖਦਾ ਸੀ ਤੇ ਉਹਨੇ ਫਿਲਮ ਵੇਖੀ ਜਾਣੀ ਨਾ, ਤੈਨੂੰ ਨਾਲ ਕਹੀ ਜਾਣਾ। ਉਹ ਗੱਲ ਹੋ ਰਹੀ ਨਾ, ਤੈਨੂੰ ਕਹੀ ਜਾਣਾ ਹੁਣ ਲੱਗਾ ਪਤਾ। ਉਹਨੂੰ ਕਹੀ ਜਾਣਾ, ਮਤਲਬ ਵਿਲਨ ਨੂੰ ਕਹੀ ਜਾਣਾ, ਬੇਟਾ ਬੁਰੇ ਦਾ ਅੰਜਾਮ ਬੁਰਾ ਹੀ ਹੁੰਦਾ। ਕੱਲੇ ਨੇ ਬੋਲੀ ਜਾਣਾ, ਉਹਨਾਂ ਨੂੰ ਪਤਾ ਹੀ ਨਹੀਂ। ਤੇ ਉਹਨੇ ਕਹੀ ਜਾਣਾ ਹੈ ਮਾੜੀ ਗੱਲ। ਨਹੀਂ ਬਈ ਗੱਲ ਇਹ ਆ, ਦੁਸ਼ਮਣੀ ਜਿੱਦਾਂ ਮਰਜ਼ੀ, ਲੇਕਿਨ ਇੱਜ਼ਤਾਂ ਨੂੰ ਨਹੀਂ। ਆ ਜਿਹੜੀ ਭੈਣ ਦੀ ਚੁੱਕ ਕੇ ਲੈ ਗਿਆ ਨਾ, ਇਹਨੇ ਮਾੜਾ ਕੀਤਾ। ਔਰ ਤੂੰ ਵੇਖੀ ਜਾਈ, ਇਹਦੇ ਨਾਲ ਬੁਰਾ ਹੋਣਾ ਹੀ ਜਾਣਾ ਨਹੀਂ। ਉਹਨੇ ਜਦੋਂ ਐਂਡ ਤੇ ਦੇਖਣਾ ਨਾ, ਉਹਨੂੰ ਕੁੱਟ ਪੈ ਰਹੀ, ਉਹਨੇ ਕਹਿਣਾ ਸੁਣਾ ਤੈਨੂੰ ਕਿਹਾ ਸੀ। ਉਹ ਮਰੇ, ਉਹ ਤੇ ਬਣਿਆ ਹੀ ਉਦਾਂ ਦੀ, ਇਹੀ ਕੁਛ ਹੀ ਹੋਣਾ ਐਂਡ ਤੇ। ਉਹ ਏਦਾਂ ਕੱਲਾ ਹੀ ਗੱਲਾਂ ਕਰੀ ਜਾਂਦਾ ਹੁੰਦਾ ਸੀ। ਇੱਥੇ ਰੱਖ, ਇਹ ਗੱਲ ਸਹੀ ਕੀਤੀ। ਉਹ ਏਦਾਂ ਹੀ ਲੱਗੇ ਰਹਿੰਦੇ। ਕਈ ਬੰਦੇ ਇਨਵੋਲਵ ਹੋ ਜਾਂਦੇ ਆ। ਸਾਡਾ ਇੱਕ ਕਾਲੂ ਸੀ ਮੌਲਾ ਜੱਟ ਫਿਲਮ 'ਚ, ਜਦੋਂ ਲੱਤ ਵੱਢਦਾ ਨਾ ਮੌਲੇ ਦੀ ਭਰਾ ਯਾਰ ਦੀ, ਤੇ ਉਹ ਲੱਤ ਵੱਢਦਾ, ਉਹਨੇ ਰੋਕ ਕੇ ਕਹਿਣਾ ਨਹੀਂ ਰੋੜ ਦਿਓ ਤੁਹਾਡੀ। ਉਹਨੇ ਰੋੜ ਲੱਗ ਪੜਾ। ਕਿੰਨੀ ਦੇਰ ਉਹਨੇ ਬੰਦ ਕਰਵਾ ਕੇ। ਨਹੀਂ ਇਹ ਤਾਂ ਗੱਲ ਮੈਂ ਬੜੀਆਂ ਫਿਲਮਾਂ ਦੇ ਵਿੱਚ ਉਸਤਾਦ ਜੀ ਇੱਕ ਯਾਰ ਤੇਰੀ ਮਿਹਰਬਾਨੀਆਂ ਨੇ ਬੜਾ ਰਵਾਇਆ ਉਹ ਕੁੱਤੇ ਵਾਲੀ ਫਿਲਮ। ਯਾਰ ਹਾਂ, ਇਹ ਐਸੇ ਸੀਨ ਹੁੰਦੇ ਨੈਚੁਰਲ ਕਰ ਉਸਤਾਦ ਜੀ। ਉਹ ਜਿਹੜਾ ਤੁਸੀਂ ਨਹੀਂ ਸੀ ਸੀਨ ਇੱਕ ਵਿਖਾਇਆ, ਦਲੀਪ ਸਾਹਿਬ ਉਹ ਆਪਣੀ ਬੇਗਮ ਉਹਨਾਂ ਦੀ ਦਾ ਐਕਸੀਡੈਂਟ ਹੁੰਦਾ ਜਾਂ ਕੀ ਹੁੰਦਾ, ਤੇ ਉਹ ਲੋਕਾਂ ਨੂੰ ਆਵਾਜ਼ਾਂ ਦਿੰਦੇ ਨੇ ਕਿ ਕੋਈ ਤਾਂ ਹੈ, ਕੋਈ ਤਾਂ ਬਚਾਓ ਮੇਰੀ ਇਹ ਉਹ ਲੋਕਾਂ ਨੂੰ ਰੋਕਦੇ ਨੇ। ਉਹ ਸੀਨ ਨੇ ਮੈਨੂੰ ਰਵਾਤਾ। ਐਡਾ ਨੈਚੁਰਲ ਸੀਨ ਕੀਤਾ ਉਹਨਾਂ ਨੇ। ਬਹੁਤ ਅੱਛੇ ਸੀ। ਉਹਦੇ ਚ ਸਭ ਤੋਂ ਇਮੋਸ਼ਨਲ ਜਿਹੜੀ ਨਾ, ਜਦੋਂ ਗੱਡੀ ਦੇ ਨਾਲ ਨਹੀਂ ਦੌੜਦੇ ਤੇ ਆਵਾਜ਼ ਥੋੜੀ ਦੇ ਕਹਿੰਦੇ मेरी बीवी को अस्पताल पहुंचा दो, आपके बच्चे ਜਦੋਂ ਕਹਿੰਦੇ ਨਾ आपके बच्चे जी भाई साहब। ਦਲੀਪ ਸਾਹਿਬ। ਅੱਛਾ ਇੱਕ ਸੀਨ ਉਹ ਇੱਕ ਪਾਕਿਸਤਾਨੀ ਫਿਰ ਉਧਰੋਂ ਵਾਪਸ ਆਉਂਦਾ ਜਦੋਂ ਆਪਣੀ ਬੀਵੀ ਦੇ ਕੋਲ, ਤੇ ਉਹਨੂੰ ਕਹਿੰਦੇ ਆ ਮਤਲਬ ਕਿ ਤੂੰ ਠਹਿਰ, ਥੋੜਾ ਸਬਰ ਕਰ। ਫਿਰ ਵੱਟੇ ਮਾਰਦੇ ਨੇ ਘਰਾਂ ਦੇ ਵਿੱਚ। ਉਹ ਬੜਾ ਸੀਨ ਆ ਯਾਰ। ਇੱਕ ਸੀਨ ਪਾਕਿਸਤਾਨੀ ਫਿਲਮ ਦੇ ਵਿੱਚ ਆਇਆ, ਫੈਸਲ ਸਾਹਿਬ ਸੌਰੀ, ਜਿਹੜਾ ਆਉਂਦੀਆਂ ਨਸੀਬਾਂ ਨਾਲ ਇਹ ਘੜੀਆਂ ਦੇ ਵਿੱਚ ਨੰਨਾ ਸਾਹਿਬ ਤੇ ਅਲੀਜਾਦ ਸਾਹਿਬ ਨੇ ਐਕਟ ਕੀਤਾ। ਤੇ ਉਹਨਾਂ ਨੇ ਸੌਰੀ ਨੰਨਾ ਸਾਹਿਬ ਦੇ ਨਾਲ ਕੌਣ ਨੇ? ਅਲੀਜਾਦ ਸਾਹਿਬ। ਉਹ ਤੇ ਅਲੀਜਾਦ ਸਾਹਿਬ ਦੇ ਬੇਟਾ ਬਣੇ ਨੇ ਨਾ। ਉਹ ਦੋਵੇਂ ਜਿਹੜੇ ਉਹ ਪਿਓ ਹੁੰਦੇ ਨੇ, ਚਾਚਾ ਤੇ ਪਿਓ। ਉਸਤਾਦ ਜੀ ਜਦੋਂ ਉਹ ਗਾਣਾ ਉਹ ਬੋਲ ਕਹਿੰਦੇ ਨੇ ਨਾ ਕਿ ਰੱਖੀਆਂ ਨੇ ਤੇਰੇ ਉੱਤੇ ਆਸਾਂ ਬੜੀਆਂ, ਤੇ ਉਹ ਨੰਨਾ ਸਾਹਿਬ ਕਾਮੇਡੀਅਨ ਨੇ, ਤੇ ਉਹਨਾਂ ਦੇ ਐਕਸਪ੍ਰੈਸ਼ਨ ਵੇਖ ਕੇ ਨਹੀਂ ਕਾਮੇਡੀਅਨ ਜਦੋਂ ਸੀਰੀਅਸ ਕਰਦਾ ਨਾ,
ਉਹ ਲੈ ਦੇ ਜਾਂਦਾ ਵੱਡੇ ਵੱਡੇ ਆਰਟਿਸਟ। ਓਏ ਹੋਏ ਹੋਏ ਯਾਰ ਉਹ ਬਾਊ ਜੀ ਫਿਲਮ ਹੈ ਬਾਊ ਜੀ ਦੀ ਗੱਲ ਕਰਨ ਡਿਆ ਨਾ। ਅੱਧੀ ਫਿਲਮ ਦੇ ਵਿੱਚ ਚੇਜ਼ਾ ਵਾ, ਅਗਲੀ ਅੱਧੀ ਫਿਲਮ ਰਵਾ ਦਿੰਦੀ ਤੁਹਾਨੂੰ। ਉਹੀ ਗੱਲ ਕਰ ਉਹੀ ਰਿਹਾ ਕਰੈਕਟਰ। ਓ ਹੋ ਆਹੋ ਨੰਨਾ ਸਾਹਿਬ ਨੇ ਐਕਟ ਕੀਤਾ, ਮੈਂ ਹੈਰਾਨ ਹੋ ਗਿਆ ਕਿ ਯਾਰ ਇਹ ਬੰਦਾ ਇਹਦੇ ਗੱਲ ਵੇਖ ਕੇ ਹਾਸਾ ਆਂਦਾ, ਤੇ ਉਹ ਉਹਦੇ ਵੱਲ ਵੇਖ ਕੇ ਇੱਕ ਟਾਈਮ ਇਦਾਂ ਦਾ ਵੀ ਆਇਆ ਕਿ ਰੋਣਾ ਆਉਂਦਿਆ ਵੱਡਾ ਪੱਕਾ। ਨਹੀਂ ਨੰਨਾ ਸਾਹਿਬ ਚੂੜੀਆਂ ਅਸਲ 'ਚ ਰੌਲਾ ਪਤਾ ਕੀ ਹੈ, ਰੌਲਾ ਇੱਕ ਹੋਰ ਵੀ ਹੁੰਦਾ ਵਾ। ਜਿਹੜੇ ਕਾਮੇਡੀਅਨਸ ਹੁੰਦੇ ਨੇ ਨਾ, ਆਵਾਮ ਉਹਨਾਂ ਨਾਲ ਇੰਨਾ ਪਿਆਰ ਕਰਦੀ ਆ, ਬਰਦਾਸ਼ਤ ਨਹੀਂ ਕਰਦੀ ਕਿ ਇਹ ਬੰਦਾ ਰੋਵੇ। ਇਹ ਵੀ ਗੱਲ ਹੈਗੀ, ਇਹ ਵੀ ਗੱਲ ਹੋ ਗਈ। ਮਤਲਬ ਦੇਵਦਾਸ ਦੇ ਵਿੱਚ ਸ਼ਾਹਰੁਖ ਖਾਨ ਸਾਹਿਬ ਰੋਏ ਨੇ ਨਾ, ਤਾਂ ਕਿਸੇ ਨੇ ਕੋਈ ਭਾਰ ਨਹੀਂ ਲਿਆ, ਕਿਉਂਕਿ ਉਹ ਕਰੈਕਟਰ ਹੀ ਇਦਾਂ ਦਾ ਸੀਰੀਅਸ। ਇੱਕ ਬੰਦਾ ਦੇਖਦੇ ਨੇ ਕਿ ਹੁਣ ਅਸੀਂ ਆ, ਤੁਸੀਂ ਆ, ਅਸੀਂ ਪਰੇਸ਼ਾਨ, ਸਾਨੂੰ ਇਹ ਪਰੇਸ਼ਾਨ ਵੇਖਣਗੇ ਨਾ, ਤੇ ਉਹ ਸਾਡਾ ਬਹੁਤੇ ਹੋ ਜਾਣਗੇ, ਕਿਉਂਕਿ ਉਹ ਟੋਟਲ ਚੇਂਜ ਵੇਖਣਗੇ। ਯਾਰ ਇਹ ਬੰਦੇ ਰੋਂਦੇ ਨੇ, ਕਿਉਂ ਰੋਂਦੇ ਨੇ? ਇਹ ਵੀ ਰੌਲਾ ਬਣ ਜਾਂਦਾ ਨਾ। ਇਸ ਤੋਂ ਵੀ ਉਹਨਾਂ ਨੂੰ ਜ਼ਿਆਦਾ ਨਹੀਂ, ਇਹ ਕੋਈ 10% ਰੌਲਾ ਹੋਣਾ। ਨਹੀਂ ਐਕਟ ਜਿਹੜਾ ਨਹੀਂ ਇੱਕ ਮਨਵਰ ਜ਼ਰੀਫ ਸਾਹਿਬ ਨੇ 3 ਘੰਟੇ ਦੀ ਫਿਲਮ ਆ, ਠੀਕ ਆ ਜੀ, 2.5 ਘੰਟੇ ਉਹਨਾਂ ਨੇ ਸਾਹ ਮਾਰਤਾ, ਲੋਕਾਂ ਦੇ ਦਿਲ ਜਿੱਤ ਲਏ। ਆਖਰੀ ਅੱਧੇ ਘੰਟੇ ਦੇ ਵਿੱਚ ਮਨਵਰ ਸਾਹਿਬ ਅਗਰ ਰੋਣ ਲੱਗ ਪਏ ਨੇ, ਤੇ ਲੋਕਾਂ ਨੇ ਤੇ ਭਾਈ ਦਿਲ ਕਰੇ ਸਿਨੇਮੇ 'ਚ ਲੜ ਪੈਣੇ ਇੱਕ ਦੂਜੇ ਨਾਲ, ਕਿ ਤੇਰੀ ਵਜ੍ਹਾ ਤੋਂ ਇਦਾਂ ਹੋਇਆ। ਸਹੀ ਗੱਲ ਰਾਈਟਰ ਦੇ ਘਰ ਪਹੁੰਚ ਜਾਣ, ਤੂੰ ਐਂਡ ਤੇ ਇਦਾਂ ਕੋ ਲਿਖਿਆ। ਫੈਸਲ ਸਾਹਿਬ ਦੀ ਜ਼ਿੰਦਗੀ ਦਾ ਇੱਕ ਡਰਾਮਾ ਮੈਂ ਵੇਖਿਆ ਜੀ, ਇਹਨਾਂ ਦੇ ਸਟੇਜ ਦਾ। ਇਹ ਪਿਓ ਦਾ ਰੋਲ ਕਰਨ ਡੇ ਸਨ, ਤੇ ਸਾਰਾ ਡਰਾਮਾ ਥਰੂ ਆਊਟ ਬੜਾ ਅੱਛਾ ਕਾਮੇਡੀ, ਤੇ ਇਹਨਾਂ ਨੇ ਟ੍ਰੈਜੇਡੀ ਸੀਨ ਕੀਤਾ, ਤੇ ਉਸਤਾਦ ਜੀ ਸੱਚੀ ਮੁੱਚੀ ਹਿਲਾ ਕੇ ਰੱਖਦਾ। ਹਾਂ ਨਹੀਂ ਫੈਸਲ ਬੜਾ ਅੱਛਾ, ਬਹੁਤ ਅਸਲ ਯਾਰ ਫੈਸਲ ਨੂੰ ਤਾਂ ਮੈਂ ਕਹਿੰਦਾ ਯਾਰ ਚੱਲ ਜਾ ਅੱਗੇ ਜਾ, ਇਹਨੂੰ ਆਫਰਾਂ ਵੀ ਹੋ ਰਹੀਆਂ, ਨਹੀਂ ਜਾਂਦਾ ਯਾਰ, ਕਸਮ ਨਾ ਕਰੇ। ਉਸਤਾਦ ਜੀ ਅੱਗੋਂ ਉਹਨਾਂ ਨੇ ਕਿਹਾ ਚੱਲ ਬਾਹਰ ਚੱਲ। ਮੈਂ ਜੈਨੂਇਨ ਗੱਲ ਕਰ ਰਿਹਾ, ਫੈਸਲ ਰਾਮੇ ਸਾਹਿਬ ਨੂੰ ਬਹੁਤ ਆਫਰਾਂ ਹੋ ਰਹੀਆਂ ਨੇ, ਡਰਾਮਿਆਂ 'ਚ ਵੀ, ਹੋਰ ਵੀ ਕਾਫੀ ਜਗ੍ਹਾ ਤੇ, ਵੱਡੇ ਚੈਨਲਾਂ ਦੇ। ਮੈਂ ਯਕੀਨ ਕਰੋ ਕਿ ਇਹਨੂੰ ਕਹਿਣਾ ਕਿ ਯਾਰ ਜਾ ਫੈਸਲ, ਇਹ ਪਤਾ ਨਹੀਂ ਕਿਉਂ ਨਹੀਂ ਜਾਂਦਾ। ਨਹੀਂ ਸਾਈ ਮੈਂ ਸਮਝੋ ਬਾਹਰ ਆ। ਮਤਲਬ ਮੈਂ ਕਿਸੇ ਨੂੰ ਵੀ ਕੋਈ ਮਿਲੇ, ਮੈਨੂੰ ਤਾਂ ਬੜੀ ਖੁਸ਼ੀ ਆ ਕਿ ਯਾਰ ਚਲੋ ਜਾਣ, ਜਿੰਨੂੰ ਵੀ ਆਫਰ ਮਿਲੇਗੀ ਜਾਣਦੇ ਹੋ ਉਸਤਾਦ, ਸਾਰਿਆਂ ਨੂੰ ਜਾਣਦੇ। ਨਹੀਂ ਉਸਤਾਦ ਜੀ ਪਤਾ ਕੀ ਗੱਲ, ਮੈਂ ਤੇ ਫਰੀਦ ਨੇ ਇੱਕ ਅਹਿਦ ਕੀਤਾ ਕਿ ਅਸੀਂ ਨਹੀਂ ਜਾਣਾ। ਨਹੀਂ ਇਹ ਗੱਲ ਗਲਤ ਆ। ਝੂਠ ਬੋਲਣ ਇਹ ਤੁਸੀਂ ਆਪਣੇ ਬੱਚਿਆਂ ਨਾਲ ਜ਼ਿਆਦਤੀ ਕਰੋਗੇ। ਕਿਹੜਾ ਬੱਚਿਆਂ ਨਾਲ ਤੁਸੀਂ ਕਰੋਗੇ ਕਿ ਅਸੀਂ ਕਰਾਂਗੇ? ਨਹੀਂ, ਲੱਖ ਲੱਖ ਵਧਾ ਦਿਓ। ਆਏ ਫੈਸਲ ਯਾਰ ਇੱਕ ਮਿੰਟ ਆਓ, ਓਏ ਲਵ ਯੂ ਯਾਰ ਫੈਸਲ। ਫੈਸਲ ਦੀ ਇਸ ਗੱਲ ਤੋਂ ਮੈਂ ਸਾਰਾ ਸ਼ੋਅ ਕੁਰਬਾਨ ਕਰ ਬੱਚਿਆਂ ਨਾਲ ਜ਼ਿਆਦਤੀ, ਬੱਚਿਆਂ ਨਾਲ ਤੁਸੀਂ ਕਰੋਗੇ ਕਿ ਅਸੀਂ? ਹਾਂ, ਤੁਸੀਂ ਸਾਨੂੰ ਬਾਹਰ ਜਾਣ ਤੋਂ ਛੱਡੋ ਹੀ ਨਾ। ਉਹ ਯਾਰ ਨਹੀਂ, ਮਜ਼ਾਕ ਤੋਂ ਇਲਾਵਾ ਗੱਲ ਨਾਜ਼ਰੀਨ ਕਰ ਰਿਹਾ, ਇੱਕ ਅੱਛੇ ਚੈਨਲ ਤੇ ਅੱਛੇ ਆਰਟਿਸਟਾਂ ਨਾਲ ਵੱਡੀ ਜਗ੍ਹਾ ਤੇ ਜਾਣ ਦੀ, ਤੇ ਤੁਸੀਂ ਚਲੇ ਜਾਓ। ਅਸੀਂ ਇਸ ਚੈਨਲ ਤੇ ਮਾੜੇ ਚੈਨਲ ਤੇ ਬੈਠੇ। ਯਾਰ ਇਹਦੇ ਤੇ ਤੁਸੀਂ ਕੋਈ ਇਹਦੇ ਤੋਂ ਤਲਾਕ ਲੈ ਕੇ ਨਹੀਂ ਜਾਣਾ ਤੁਸੀਂ। ਇਸ ਚੈਨਲ ਤੋਂ ਸਾਨੂੰ ਤੇ ਚਾਹੀਦਾ ਨਾ ਬਿਹਤਰ ਅੱਗੇ ਜਾਈਏ। ਮੈਨੂੰ ਇਮਾਨਦਾਰੀ ਨਾਲ ਦੱਸੋ, ਜਿਹੜੀ ਇਸ ਤਰ੍ਹਾਂ ਦੀ ਆਡੀਅנס। ਮੈਂ ਕਹਿੰਦਾ ਤੂੰ ਜਾ, ਮੈਂ ਅਗਲਾ ਬੱਚਾ ਤਿਆਰ ਕਰਾਂਗਾ, ਤੂੰ ਆਪ ਕਹੇਗਾ ਕਿ ਮੇਰਾ ਜਾਣਾ ਬੰਦ ਹੈ। ਇਹਨੇ ਆਪ ਜਦੋਂ ਤੁਸੀਂ ਬੱਚਾ ਤੇ ਨਹੀਂ ਉਸਤਾਦ ਜੀ ਏਦਾਂ ਨਾ ਕਰੋ ਉਸਤਾਦ। ਲੇਕਿਨ ਉਸਤਾਦ ਜੀ ਇੱਕ ਤਰੀਕਾਕਾਰ ਹੁੰਦਾ ਨਾ ਕਿ ਬੱਚੇ ਨੂੰ ਜਦੋਂ ਤੋਰੀਦਾ ਹੈ, ਉਹਨੂੰ ਬਕਾਇਦਾ ਤੌਰ ਤੇ। ਮੈਨੂੰ ਜਦੋਂ ਅਲੱਗ ਕੀਤਾ ਸੀਗਾ ਮੇਰੇ ਅੱਬੂ ਨੇ, ਫੜਾ ਕੇ ਮੈਨੂੰ ਬਕਾਇਦਾ ਰਾਸ਼ਨ ਪਵਾ ਕੇ ਦਿੱਤਾ 6 ਮਹੀਨੇ ਦਾ, ਪੈਸੇ ਦਿੱਤੇ 6 ਮਹੀਨੇ ਦਾ ਖਰਚਾ। ਤੇ ਇਹ ਹੁਣ ਬਾਪ ਦਾ ਇੱਕ ਰਾਈਟ ਹੁੰਦਾ, ਅਗਰ ਅਸੀਂ ਜਾਣਾ ਨਹੀਂ ਮੈਂ ਤੈਨੂੰ ਕਿਤੇ ਮਹਾਸ ਤੇ ਨਹੀਂ ਭੇਜਣ ਲੱਗਾ ਜਿੱਥੇ ਪਤਾ ਨਹੀਂ ਕਦੋਂ ਤੈਨੂੰ ਰੋਟੀ ਮਿਲਣੀ ਆ। ਜਾਂਦੇ ਆ ਰੇਟ ਤੈਅ ਕਰਕੇ ਜਾਣਾ ਤੁਸੀਂ। ਵੱਧ ਤੇ ਜਾਣਾ ਜਾ ਦੱਸੋ ਕਿਹੜੀ ਕਹਾਣੀ ਸੁਣਾਉਂਦੇ ਤੁਸੀਂ ਕਰਕੇ ਜਾਓ ਉਸਤਾਦ ਜੀ, ਕਿ ਤੁਸੀਂ ਸਰਵਿਸ ਕਾਬਲ ਬਣਾਇਆ ਤੁਹਾਡੇ ਲਈ ਹੈ, ਗਿਫਟ ਲਈ। ਤੁਸੀਂ ਜਾਓ ਕੰਮ ਕਰੋ, ਉਹ ਜਿਹੜੇ ਤੁਹਾਨੂੰ ਪੈਸੇ ਮਿਲਣ ਉਹ ਤੁਸੀਂ ਲਿਆ ਕੇ ਸਿੱਧੇ ਮੈਨੂੰ ਫੜਾ ਦਿਓ। ਹਾਂ ਕਿ ਉਸਤਾਦ ਜੀ ਆ ਲਓ ਫੜੋ। ਹਾਂ ਫਿਰ ਬੱਚਿਆਂ ਨੂੰ ਇਨਸਾਫ ਜੇ। ਹਾਂ ਤੂੰ ਜੇ ਆਹੋ, ਮੈਂ ਤਾਂ ਕਹਿੰਦਾ ਜਾਓ ਬਾਈ, ਸਿੱਧੀ ਗੱਲ ਆ। ਸਾਰੇ ਮੈਂ ਬਿਲਕੁਲ ਹਲਫਨ ਕਹਿ ਰਿਹਾ, ਮੈਂ ਇਹਨਾਂ ਨੂੰ ਕਹਿੰਦਾ ਕਿ ਭਾਵੇਂ ਤੁਸੀਂ ਜਾਓ, ਔਰ ਜਾਣ ਦਾ ਮਕਸਦ ਇਹ ਨਹੀਂ ਕਿ ਇੱਥੋਂ ਤੁਸੀਂ ਚਲੇ ਜਾਓਗੇ, ਲੇਕਿਨ ਤਰੱਕੀ ਕਰੋ। ਲੇਕਿਨ ਇਹ ਅੱਗੋਂ ਕਹਿੰਦੇ ਜੀ ਕਿ ਨਹੀਂ ਜੀ, ਉਹਨੇ ਗੱਲ ਇੱਕ ਬੜੀ ਸਿੰਪਲ ਕੀਤੀ, ਅਸੀਂ ਕਿਉਂ ਜਾਈਏ, ਸਾਡੇ ਕੋਲ ਜੋ ਸਾਡਾ ਆਪਣਾ ਚੈਨਲ। ਉਹ ਭਾਈਜਾਨ ਇਹ ਗੱਲ ਨਹੀਂ ਹੈਗੀ, ਲੱਖ ਲੱਖ ਵਧਾਓ ਯਾਰ, ਤੂੰ ਵੀ ਕਹਿ ਕੁਛ ਯਾਰ, ਕਹਿ ਯਾਰ ਜਿਹੜੇ ਮੈਂ ਤੈਨੂੰ ਦੇਣਾ ਤੂੰ ਉਹੀ 1.25 ਲੱਖ ਸਮਝ। ਲੈ ਕੇ 1.5 ਪੌਣੇ 2 ਤੂੰ ਸਵਾ ਸਮਝ। ਉਹ ਇੱਕ ਬੰਦਾ ਬਾਹਰ ਚੱਲ ਜਾਣਾ, ਉਹਦੀ ਉੱਥੇ ਕੋਈ ਮੇਰਾ ਹਾਲ ਕੋਈ 25,000 30,000 ਡਾਲਰ ਤਨਖਾਹ ਲੱਗ ਜਾਂਦੀ, ਤੇ ਉਹਦੇ ਜ਼ਿਹਨ 'ਚ ਇਹ ਆ ਵੀ ਇਹ 25,000 ਆ, ਤੇ ਉਹ ਇੱਥੇ ਦਾ ਬਣਨ ਦਿਆ, ਮਤਲਬ ਦਿਲ ਕਰੇ 40 ਲੱਖ। ਤੋਂ ਪਾਕਿਸਤਾਨ 'ਚ ਆਇਆ, ਉਹਨਾਂ ਨੇ ਕਿਹਾ ਕਿੰਨੀ ਤਨਖਾਹ? ਕਹਿੰਦਾ ਯਾਰ 25,000 ਰੁਪਇਆ। ਉਹ ਕਹਿੰਦਾ ਬਸ, ਕਹਿੰਦਾ ਯਾਰ ਉਹੀ 1.25 ਲੱਖ ਸਮਝ ਆਈ। ਪਾਨਾ ਸਿਗਟਾਂ ਦੀ ਦੁਕਾਨ ਇੱਕ ਖਾਨ ਸਾਹਿਬ ਨੇ ਨਾ ਆਪਣੀ ਬੈਠਕ 'ਚ ਹੀ ਪਾ ਲਈ, ਤੇ 10 ਵਜੇ ਅੰਦਰੋਂ ਆਵਾਜ਼ ਆਈ, ਉਹ ਪੁੱਤਰ ਇੱਕ ਮੇਰਾ ਪਾਨ ਲਾ ਦੀ, ਵੱਡੀ ਅੰਮੀ ਨੇ ਕਹਿ ਦਿੱਤਾ। 1 ਵਜੇ ਫੇਰ ਆ ਗਈ, 4 ਵਜੇ ਫੇਰ ਆਵਾਜ਼ ਆ ਗਈ ਕਿ ਮੇਰਾ ਪਾਨ ਲਾ ਦੀ, ਤੇ ਉਹ ਖਿੱਚ ਕੇ ਅੰਦਰ ਨੂੰ ਮੂੰਹ ਕਰਕੇ ਕਹਿੰਦਾ ਫਿਰ ਦੁਕਾਨ ਦਾ ਦਰਵਾਜ਼ਾ ਅੰਦਰ ਨੂੰ ਹੀ ਨਾ ਕਰ ਲਈਏ, ਇੱਧਰੋਂ ਹੀ ਚੱਲ ਰਹੀ ਹੈ ਕਹਿੰਦਾ। ਆਹ ਉਸਤਾਦ ਜੀ ਇਨਸ਼ਾਅੱਲਾ ਤਾਲਾ ਮੈਂ ਟਰਾਈ ਮਾਰਾਂਗਾ ਲਾਜ਼ਮੀ। ਨਹੀਂ ਜਾਣਾ ਚਾਹੀਦਾ ਫੈਸਲ ਸਾਹਿਬ ਤੁਹਾਨੂੰ। ਮੈਂ ਜਾਵਾਂਗਾ ਉਸਤਾਦ ਜੀ, ਮੈਂ ਲੈ ਕੇ ਜਾਊਂਗਾ ਸਾਰਿਆਂ ਨੂੰ ਇਨਸ਼ਾਅੱਲਾ ਤਾਲਾ। ਨਹੀਂ ਇਦਾਂ ਵੀ ਨਹੀਂ ਹੁੰਦਾ, ਆਪ ਪਹਿਲੇ ਚੱਲ ਜਾਓ, ਜਾ ਕੇ ਇਹਨਾਂ ਦੀ ਜਗ੍ਹਾ ਬਣਾਓ, ਸੈੱਟ ਹੋਵੋ ਪਹਿਲੇ, ਇਹਨਾਂ ਦਾ ਬਣਾਓ। ਹਾਂ ਸਾਰੇ ਲਿਜਾਣ ਨਾਲ ਅਗਲੇ ਤੈਨੂੰ ਕਹਿਣ ਯਾਰ ਤੂੰ ਹੀ ਜਾ ਵਾਪਸ।
ਫਿਰ ਨੈਚਰ ਦੇ ਨੋ ਸਾਜੀ ਤੁਸੀਂ ਅੱਲਾ ਤੇ ਇੰਨਾ ਯਕੀਨ ਰੱਖਦੇ ਹੋ ਕਿ ਨਹੀਂ, ਅੱਲਾ ਨੇ ਤਰੀਕਾਕਾਰ ਵੀ ਦੱਸੇ ਨੇ। ਨਹੀਂ ਹਰ ਅੱਲਾ ਨੇ ਇਨਸਾਨ ਤਰੀਕੇ ਨੂੰ ਵੀ ਦੱਸੇ ਨੇ ਕਿ ਇਹ ਪਹਿਲੇ ਜਾਵੇ, ਜਾ ਕੇ 2-4 ਕੰਮ ਕਰੇ, ਇਹਨੂੰ ਪਜ਼ੀਰਾਈ ਮਿਲੇ, ਉਸ ਤੋਂ ਬਾਅਦ ਇਹ ਤੁਹਾਡੇ ਰਸਤੇ ਬਣਾਵੇ। ਇੰਜ ਹੁੰਦਾ ਵਾ। ਇਹਨੇ ਕਿੱਥੋਂ ਬਣਾਣੇ, ਇਹਨੇ ਆਪਣਾ ਹੀ ਕਰਨਾ ਜੋ ਵੀ ਕਰਨਾ। ਫਰੀਦ ਦੇ ਬਾਰੇ ਚ ਕੱਖ ਵੀ ਨਹੀਂ। ਓਏ ਨਾਜ਼ਰੀਨ ਓਏ, ਓਕੇ, ਲਵ ਯੂ। ਆਪਣਾ ਬਹੁਤ ਖਿਆਲ ਰੱਖਣਾ, ਦੁਆਵਾਂ 'ਚ ਯਾਦ ਰੱਖਣਾ, ਖੁਸ਼ ਰਿਹਾ ਕਰੋ, ਹੱਸਦੇ ਖੇਡਦੇ ਰਿਹਾ ਕਰੋ ਬਸ। ਇਹ ਵੇਖਣੀ ਤੁਹਾਡੀ ਬੜੀ ਪਸੰਦ ਬੰਦ ਕਰ ਦੇ, ਕਰਦੇ ਬੰਦ ਕੈਮਰਾ, ਕਰਦੇ, ਮੈਨੂੰ ਛੇਕ ਆ ਰਹੀ, ਕਰਦੇ। ਨੀਚ ਖੈਰ ਜਾ, ਇੰਨੀ ਕਹਾ ਦੀ, ਕੈਮਰਾ ਤੇ ਬੰਦ ਹੋ ਗਿਆ।